कई तो फ़ोन करके बुला लेंदे आ, बाद च अगले दिन बुलाते नहीं। उसके ऊपर वाज़े तौर पे एक डिस्क्रिमिनेशन होती है कि फॉर गर्ल्स ओनली। सॉरी थैंक यू तो बना इतने किसी ਨਾਲ ਗੱਲ ਨਹੀਂ ਕਰ ਸਕਦੇ ਆਪਾਂ। हफ्ते दी पे आंदी बाद च उड्डदी पहले। और हमारे लड़के जो है, हमारी रेस जो है माशाल्लाह से वो उतने ही गंदे है। कित्थों सड़क किद्दां क्रॉस करनी आ ते किहड़ी ਬੱਸ ਦੇ ਵਿੱਚ ਜਾਣਾ ਕਿਹੜੀ 'ਚ ਨਹੀਂ। ਉਹਨਾਂ ਦੇ ਵਿੱਚ ਹੈ ਕਿ ਮੁੰਡਿਆਂ ਨੂੰ ਜ਼ਿਆਦਾ ਮਹਿੰਗਾ ਮਿਲਦਾ, ਕੁੜੀਆਂ ਨੂੰ ਥੋੜਾ ਸਸਤਾ ਮਿਲ ਜਾਂਦਾ ਰੈਂਟ। Brampton is the most expensive real estate or rental place as well. ਓਰੀਐਂਟੇਸ਼ਨ ਅਟੈਂਡ ਕਰਨੀ ਜ਼ਰੂਰੀ ਹੈ। ਬਹੁਤ ਜ਼ਰੂਰੀ ਹੈ ਜੀ, ਓਰੀਐਂਟੇਸ਼ਨ ਬਹੁਤ ਜ਼ਰੂਰੀ ਹੈ। $1000 ਦੇ ਵਿੱਚ ਈਜ਼ੀਲੀ ਆਪਾਂ ਇੱਕ ਵਧੀਆ ਲਾਈਫ ਵੀ ਇੱਥੇ ਰਹਿ ਸਕਦੇ ਹਾਂ। ਕੋਈ ਵੀ ਗੱਡੀ ਆ ਉਹਦੀ $1000 ਉਹਦਾ ਮਹੀਨੇ ਦਾ ਖਰਚਾ ਹੈਗਾ ਹੀ ਹੈਗਾ। ਸਤਿ ਸ਼੍ਰੀ ਅਕਾਲ ਜੀ, ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਲਾਈਫ ਇਨ ਕੈਨੇਡਾ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ, ਜਿਹਦੇ ਵਿੱਚ ਅੱਜ ਕੋਈ ਨੈਗੇਟਿਵ ਗੱਲ ਨਹੀਂ ਕਰਨੀ। ਅੱਜ ਗੱਲਬਾਤ ਕਰਾਂਗੇ ਉਹਨਾਂ ਨਿਊ ਕਮਰਸ ਲਈ ਜੋ ਕੈਨੇਡਾ ਵਿੱਚ ਆਏ ਹੋਏ ਨੇ ਜਾਂ ਫਿਰ ਜਿਹੜੇ ਇਸ ਵਕਤ ਆਉਣਾ ਚਾਹੁੰਦੇ ਨੇ। ਬਹੁਤ ਸਾਰੇ ਤੁਹਾਡੇ ਜ਼ਿਹਨ ਦੇ ਵਿੱਚ ਇਸ ਵਕਤ ਸਵਾਲ ਹੋਣਗੇ ਕਿ ਕੈਨੇਡਾ ਵਿੱਚ ਆਵਾਂਗੇ ਤਾਂ ਸਹੀ, ਪਰ ਕਿਵੇਂ ਗੁਜ਼ਾਰਾ ਹੋਏਗਾ, ਰਹਿਣ ਲਈ ਥਾਂ ਕਿਵੇਂ ਮਿਲੇਗੀ, ਜਾਂ ਫਿਰ ਇੱਥੇ ਰੈਂਟ ਦਾ ਕੀ ਸਿਸਟਮ ਹੈ, ਕਿਵੇਂ ਰੂਮ ਮਿਲਦੇ ਨੇ ਇੱਥੇ ਰੈਂਟ ਦੇ ਉੱਤੇ, ਜਾਂ ਮਹੀਨੇ ਦਾ ਕਿੰਨਾ ਕੁ ਖਰਚਾ ਇੱਥੇ ਤੁਹਾਡਾ ਹੋ ਜਾਂਦਾ ਹੈ ਰਹਿਣ ਸਹਿਣ ਦਾ, ਗਰੋਸਰੀ ਦਾ ਜਾਂ ਫਿਰ ਟਰਾਂਸਪੋਰਟੇਸ਼ਨ ਦਾ, ਕਾਰ ਕਿੰਨੀ ਕੁ ਮਹਿੰਗੀ ਪੈ ਸਕਦੀ ਆ। ਸੋ ਅੱਜ ਇਹਨਾਂ ਸਾਰੇ ਮੁੱਦਿਆਂ ਉੱਤੇ ਅਸੀਂ ਗੱਲਬਾਤ ਕਰਾਂਗੇ। ਸੋ ਬਣੇ ਰਹੋ ਜੀ ਸਾਡੇ ਪ੍ਰੋਗਰਾਮ ਲਾਈਫ ਇਨ ਕੈਨੇਡਾ ਦੇ ਨਾਲ, ਜਿਹਦੇ ਵਿੱਚ ਅੱਜ ਇਹਨਾਂ ਸਾਰੇ ਮੁੱਦਿਆਂ ਉੱਤੇ ਹੀ ਹੋਏਗੀ ਗੱਲਬਾਤ। ਤੋਂ ਇਸ ਵਕਤ ਸਾਡੇ ਨਾਲ ਤਰਨਤਾਰਨ ਤੋਂ ਆਏ ਪ੍ਰਿਯੰਕਾ ਜੀ ਮੌਜੂਦ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। 2 ਮਹੀਨੇ ਦਾ ਸਮਾਂ ਕਿਸ ਤਰੀਕੇ ਦਾ ਲੰਘਿਆ ਤੁਹਾਡਾ? ਬਹੁਤ ਸਟ੍ਰੈਸਫੁਲ ਸੀ। ਸਟ੍ਰੈਸਫੁਲ? ਹਾਂਜੀ। ਕੀ ਰੀਜ਼ਨ ਹੈ ਸਟ੍ਰੈਸਫੁਲ ਹੋਣ ਦਾ? ਸਟ੍ਰੈਸਫੁਲ ਬਸ ਇੱਦਾਂ ਹੀ, ਇੱਥੇ ਆ ਕੇ ਪਹਿਲਾਂ ਏਜੰਸੀਜ਼ 'ਚ ਫੋਨ ਕਰਨੇ ਪੈਂਦੇ ਆ, ਕੰਮ ਲੱਭਣਾ ਪੈਂਦਾ ਆ, ਬਹੁਤ ਔਖਾ। ਕਈ ਤਾਂ ਫੋਨ ਕਰਕੇ ਬੁਲਾ ਲੈਂਦੇ ਆ, ਬਾਅਦ 'ਚ ਅਗਲੇ ਦਿਨ ਬੁਲਾਉਂਦੇ ਨਹੀਂ। ਇਹ ਸੋਚਦੇ ਆਪਾਂ ਕਿ ਉਰੇ ਆ ਕੇ ਕੰਮ ਈਜ਼ੀਲੀ ਮਿਲ ਜਾਣੇ ਆ, ਤੇ ਤੁਹਾਨੂੰ ਲੱਗਦਾ ਹੈ ਨਾ ਈਜ਼ੀਲੀ ਮਿਲ ਜਾਂਦਾ? ਹਾਂਜੀ ਮਿਲ ਜਾਂਦਾ ਆ, ਵੱਧ ਤੋਂ ਵੱਧ 15 ਕੁ ਦਿਨ ਲੱਗਦੇ। ਮੀਨਸ ਜਿੰਨੀਆਂ ਕਿ ਏਜੰਸੀਜ਼ 'ਚ ਹੋਣਗੀਆਂ ਨਾ, ਸਭ ਦੇ ਵਿੱਚ ਫੋਨ ਘੁਮਾ ਦਿਓ ਤੁਸੀਂ, ਕਿਸੇ ਨਾ ਕਿਸੇ ਏਜੰਸੀ 'ਚੋਂ ਕੰਮ ਮਿਲ ਹੀ ਜਾਂਦਾ। ਤੇ ਜਿਵੇਂ ਤੁਸੀਂ ਕਿਹਾ ਕਿ ਮਿਲ ਜਾਂਦਾ, ਸਭ ਤੋਂ ਪਹਿਲਾਂ ਆਉਣ ਸਾਰ ਜਦੋਂ ਇੱਕ ਤਾਂ ਹੁੰਦਾ ਸਭ ਤੋਂ ਕਿ ਰਹਿਣ ਲਈ ਛੱਤ ਚਾਹੀਦੀ ਹੁੰਦੀ ਆ, ਫਿਰ ਤੁਸੀਂ ਸਭ ਤੋਂ ਪਹਿਲਾਂ ਕਿੰਨਾ ਕੋਲ ਆਏ ਸੀ? ਹਾਂਜੀ ਮੈਂ ਤਾਂ ਇੱਥੇ ਮੇਰੇ ਰਿਲੇਟਿਵ ਸੀ, ਮੈਂ ਉਹਨਾਂ ਕੋਲ ਆਈ, ਉਹਨਾਂ ਨੇ ਮੈਨੂੰ ਸਿੱਧਾ ਇੱਥੋਂ ਰਿਸੀਵ ਕੀਤਾ ਸੀ। ਤੇ ਮੈਨੂੰ ਤਾਂ ਇੰਨੀ ਟੈਨਸ਼ਨ ਨਹੀਂ ਹੋਈ, ਨਹੀਂ ਤਾਂ ਉੱਦਾਂ ਇੱਥੇ ਔਖਾ ਹੈ। ਉਹ ਵੀ ਪਹਿਲਾਂ ਲੱਭਣਾ ਪੈਂਦਾ ਹੈ ਨਾ ਇੱਥੇ। ਆਫ ਕੋਰਸ ਜੇ ਕੋਈ ਰਿਲੇਟਿਵ ਹੋਏ ਫਿਰ ਤਾਂ ਬਹੁਤ ਈਜ਼ੀ ਹੁੰਦਾ, ਨਹੀਂ ਤੇ ਜੇ ਤੁਸੀਂ ਡਾਇਰੈਕਟ ਬਿਨਾਂ ਕਿਸੇ ਰਿਲੇਟਿਵ ਤੋਂ ਇੱਥੇ ਆ ਰਹੇ ਹੋ ਤੇ ਬਹੁਤ ਔਖਾ ਹੈ ਇੱਥੇ ਲੱਭਣਾ। ਰੈਂਟ ਦੀ ਗੱਲ ਕਰੀਏ, ਸ਼ੇਅਰਿੰਗ ਹੁੰਦਾ ਹੈ, ਇੱਕ ਹੁੰਦਾ ਸਿੰਗਲ। ਸ਼ੇਅਰਿੰਗ ਦੇ ਵਿੱਚ ਕਿੰਨਾ ਕੁ ਰੈਂਟ ਹੁੰਦਾ ਹੈ ਪਰ ਪਰਸਨ? ਸ਼ੇਅਰਿੰਗ ਦੇ ਵਿੱਚ 350 ਤੋਂ ਸਟਾਰਟ ਹੋ ਜਾਂਦਾ ਆ। ਮੈਂ ਇਸ ਟਾਈਮ 350 ਦਿੰਦੀ ਪਈ ਆ ਸ਼ੇਅਰਿੰਗ ਦੇ ਵਿੱਚ, ਇੱਕ ਕੁੜੀ ਨਾ। ਤੇ ਉਸ ਤਰ੍ਹਾਂ ਮਤਲਬ 400 ਦੇ ਵਿੱਚ ਤੁਹਾਨੂੰ ਆਰਾਮ ਨਾਲ ਮਿਲ ਜਾਂਦਾ। ਜੇ ਤੁਸੀਂ ਸਿੰਗਲ ਰੂਮ ਦੇ ਵਿੱਚ ਲੈਣਾ ਤੇ 700 ਤੋਂ ਸਟਾਰਟ ਆ। ਤੇ ਸ਼ੇਅਰਿੰਗ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਹੈਗੀ? ਮਤਲਬ ਜੇ ਤੁਹਾਡੀ ਆਪਸ 'ਚ ਵਧੀਆ ਬਣਦੀ ਆ, ਤੁਸੀਂ ਬੇਸਮੈਂਟ 'ਚ ਰਹਿੰਦੇ ਹੋ ਜਾਂ ਅਪਰ? ਨਹੀਂ ਮੈਂ ਉੱਪਰ ਫਲੋਰ ਤੇ ਰਹਿੰਦੀ ਆ, ਕੋਈ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਘਰ ਤਾਂ ਬਸ ਸੌਣ ਨੂੰ ਹੀ ਆਈਦਾ। ਆਫ ਕੋਰਸ। ਮੰਥਲੀ ਲਾਈਕ ਇੱਕ ਇਕੱਲੇ ਬੰਦੇ ਦਾ ਜੇ ਤੁਸੀਂ ਗਰੋਸਰੀਜ਼ ਵਗੈਰਾ ਵੀ ਲਾਓਗੇ, ਘਰੇ ਬਣਾਉਣਾ ਸਭ ਕੁਝ ਆਪ, ਫਿਰ ਤਾਂ 700-800 ਲੱਗ ਆ ਜਾਂਦਾ। ਮੈਂ ਤੇ ਆਪਣੇ ਰਿਲੇਟਿਵ ਨਾਲ ਰਹਿੰਦੀ ਪਈ ਸੀ, ਹੁਣ ਤਾਂ ਮੈਂ ਇਕੱਲੀ ਆ, ਬਟ ਫਿਰ ਵੀ ਇੱਕ ਵੀਕ ਦੀਆਂ 200 ਦੀਆਂ ਗਰੋਸਰੀਜ਼ ਆ ਹੀ ਜਾਂਦੀਆਂ ਆਰਾਮ ਨਾਲ। ਮੋਬਾਈਲ ਦਾ ਬਿੱਲ ਲਾਈਕ 100 ਲੱਗੇ ਤਾਂ ਫਿਰ ਵੀ ਆ ਹੀ ਜਾਂਦਾ ਆ। ਵੈਸੇ ਉਹਦਾ ਸਿਮਸ ਵੀ ਮਿਲ ਜਾਂਦੀਆਂ, ਮੈਂ ਚੈਟਰ ਦੀ ਸਿਮ ਲਈ, ਉਹਦਾ ਪਲਾਨ $40 ਆ 1 ਮਹੀਨੇ ਦਾ। ਤੇ ਤੁਸੀਂ ਲੱਗਦਾ ਕਿ ਤੁਹਾਨੂੰ ਜਿੰਨਾ ਕਿ ਇੱਥੇ ਖਰਚਾ ਹੁੰਦਾ ਉਸ ਅਕੋਰਡਿੰਗ ਤੁਸੀਂ ਕਮਾ ਲੈਂਦੇ ਹੋ? ਹਾਂਜੀ ਨਿਕਲ ਤੇ ਜਾਂਦਾ ਆ, ਬਟ ਫਿਰ ਵੀ ਕਿਤੇ ਨਾ ਕਿਤੇ ਥੋੜਾ ਹੁੰਦਾ ਹੀ। ਲਾਈਕ ਜੇ ਬੱਸ ਤੋਂ ਟਰੈਵਲ ਕਰੋ ਹਫਤੇ ਦਾ $50-60 ਤਾਂ ਉਹ ਨਿਕਲ ਜਾਂਦੇ ਨੇ। ਸੋ ਜਿੰਨਾ ਆਪਾਂ ਹਫਤੇ ਦੀ ਪੇ ਪਹਿਲਾਂ ਆਂਦੀ ਬਾਅਦ ਚ ਉੱਡਦੀ ਪਹਿਲਾਂ। ਸੋ ਜਿਵੇਂ ਤੁਸੀਂ ਗੱਲ ਕੀਤੀ ਹੈ ਬੱਸ ਨਾਲ ਟਰੈਵਲ ਦੀ, ਸੋ ਬੱਸ ਨਾਲ ਟਰੈਵਲ ਕਰਨ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ? ਹਾਂਜੀ ਨਵੇਂ ਜਿਸ ਤਰ੍ਹਾਂ ਮੈਨੂੰ 2 ਮਹੀਨੇ ਹੋਏ, ਹੁਣ ਮੈਨੂੰ ਪਤਾ ਲੱਗਾ ਕਿ ਨੌਰਥ ਸਾਊਥ ਕੀ ਹੁੰਦਾ। ਨਵੇਂ ਬੰਦੇ ਨੂੰ ਤੇ ਪਤਾ ਹੀ ਨਹੀਂ ਲੱਗਦਾ ਕਿ ਇੱਥੋਂ ਸੜਕ ਕਿੱਦਾਂ ਕ੍ਰੋਸ ਕਰਨੀ ਆ ਤੇ ਕਿਹੜੀ ਬੱਸ ਦੇ ਵਿੱਚ ਜਾਣਾ, ਕਿਹੜੀ 'ਚ ਨਹੀਂ, ਕਿਉਂਕਿ ਸਾਹਮਣੇੋਂ ਵੀ ਸੇਮ ਨੰਬਰ ਦੀ ਬੱਸ ਆਉਂਦੀ ਤੇ ਇੱਧਰੋਂ ਵੀ ਸੇਮ ਨੰਬਰ ਦੀ ਬੱਸ ਆਉਂਦੀ। ਇੱਥੇ ਨਾ ਬਹੁਤ ਕੁਝ ਡਿਫਰੈਂਟ ਆ ਆਪਣੀ ਬੈਕ ਕੰਟਰੀ ਦੀ ਅਸੀਂ ਗੱਲ ਕਰੀਏ, ਰੂਲਸ ਰੈਗੂਲੇਸ਼ਨਸ। ਇਨਫੈਕਟ ਬੱਸ 'ਚ ਸਫ਼ਰ ਕਿੱਦਾਂ ਕਰਨਾ ਹੈ ਵੀ ਡਿਫਰੈਂਟ ਆ, ਬੱਸ ਨੂੰ ਸਟਾਪ ਕਿੱਦਾਂ ਕਰਨਾ ਹੈ ਵੀ ਡਿਫਰੈਂਟ ਆ। ਤੁਹਾਨੂੰ ਨਹੀਂ ਲੱਗਦਾ ਕਿ ਨਵੇਂ ਆਉਣ ਵਾਲਿਆਂ ਨੂੰ ਐਵੇਂ ਦੀਆਂ ਕੋਈ ਚੀਜ਼ਾਂ ਇੱਥੇ ਕੁਝ ਐਵੇਂ ਦੀਆਂ ਕੋਈ ਸਪੈਸ਼ਲੀ ਕਲਾਸਿਸ ਲਗਾਉਣੀਆਂ ਚਾਹੀਦੀਆਂ ਨੇ?
ਚਾਹੀਦੀਆਂ ਨੇ ਮੀਨਸ ਜਿਸ ਤਰ੍ਹਾਂ ਸਾਡੇ ਕੋਈ ਰਿਲੇਟਿਵ ਉਹਨੂੰ ਤਾਂ ਦੱਸ ਦਿੰਦੇ, ਮੈਨੂੰ ਪਹਿਲੇ ਦਿਨ ਦੱਸਿਆ ਸੀ, ਮੈਨੂੰ ਫਿਰ ਵੀ ਨਹੀਂ ਪਤਾ ਲੱਗਾ। ਬਟ ਹੋਣੀਆਂ ਚਾਹੀਦੀਆਂ ਨੇ ਕਿ ਜਿਸ ਤਰ੍ਹਾਂ ਨਵੇਂ ਸਟੂਡੈਂਟ ਆਉਣ ਰਜਿਸਟਰ ਕਰ ਦੇਣ, ਉਹਨਾਂ ਨੂੰ ਇੱਕ ਦਿਨ ਬੁਲਾ ਲੈਣ, ਉਹਨਾਂ ਨੂੰ ਸਭ ਕੁਝ ਦੱਸ ਦੇਣ ਕਿ ਇਸ ਤਰ੍ਹਾਂ ਸਿਗਨਲ ਇੱਥੇ ਇੱਦਾਂ ਕ੍ਰੋਸ ਕਰੀਦਾ, ਇੱਦਾਂ ਨਹੀਂ, ਕਿਉਂਕਿ ਕਈ ਵਾਰੀ ਸੜਕ ਕ੍ਰੋਸ ਕਰਨ ਦਾ ਵੀ ਪਤਾ ਨਹੀਂ ਲੱਗਦਾ। ਬਿਲਕੁਲ। ਤੇ ਇੱਕ ਮੇਰਾ ਆਖਰੀ ਸਵਾਲ ਕਿ ਕਾਰ ਲੈਣਾ ਜ਼ਿਆਦਾ ਬੈਟਰ ਹੈ ਜੇ ਤੁਸੀਂ ਅਫੋਰਡ ਕਰ ਸਕਦੇ ਹੋ ਤਾਂ? ਕਾਰ ਮੈਂ ਕਹਿੰਦੀ ਹਾਂ ਇੱਥੇ ਤੇ ਕਾਰ ਨਾਲ ਹੀ ਲਾਈਫ ਆ, ਕਿਉਂਕਿ ਬੱਸਸ ਦੇ ਵਿੱਚ ਬਹੁਤ ਟਾਈਮ ਵੇਸਟ ਹੁੰਦਾ। ਜਿੱਥੇ ਹੁਣ ਮੈਂ ਆਪਣੀ ਡਰਾਈਵ ਤੇ ਜਿੱਥੇ ਕੰਮ ਤੇ ਜਾਂਦੀ ਹਾਂ, ਮੈਨੂੰ ਇੱਥੋਂ 1.5 ਘੰਟੇ ਦੀ ਡਰਾਈਵ ਪੈਂਦੀ ਬੱਸ ਤੇ ਜੇ ਮੈਂ ਆਪਣੀ ਕਾਰ ਤੇ ਜਾਂ ਓਵਰ ਕਰਾਂ ਸਿਰਫ 15 ਮਿੰਟਾਂ ਦੀ ਡਰਾਈਵ। ਸੋ ਪੈਸੇ ਵੀ ਬਚਦੇ। ਵੈਸੇ ਮੇਰੇ ਵੱਲੋਂ ਤਾਂ ਕਾਰ ਲੈਣਾ ਠੀਕ ਆ, ਬਟ ਨਵਾਂ ਸਟੂਡੈਂਟ ਇੱਥੇ ਅਜੇ ਅਫੋਰਡ ਨਹੀਂ ਕਰ ਪੈਂਦਾ, ਸਾਲ 2 ਸਾਲ ਬਾਅਦ ਲਵਾਂਗੇ। ਕਹਿੰਦੀ ਹਾਂ ਕਿ ਕੰਮ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ, ਕੰਮ ਮਿਲ ਜਾਂਦਾ ਆ, ਅਪਾਰਟਮੈਂਟ ਵੀ ਮਿਲ ਜਾਂਦੇ ਆਰਾਮ ਨਾਲ ਰਹਿਣ ਨੂੰ, ਬਸ ਟੈਨਸ਼ਨ ਨਹੀਂ ਲੈਣੀ। ਟੈਨਸ਼ਨਾਂ ਬਥੇਰੀਆਂ ਹੁੰਦੀਆਂ, ਆਰਾਮ ਨਾਲ ਹੱਸੀ ਖੁਸ਼ੀ ਆਪਣੀ ਜ਼ਿੰਦਗੀ ਕੱਢੋ। ਜਦੋਂ ਮੈਂ ਸੀਗਾ ਉਦੋਂ ਸਾਨੂੰ ਪ੍ਰੋਬਲਮਸ ਤਾਂ ਨਹੀਂ ਸੀ ਕੋਈ, ਬਟ ਇਹ ਸੀਗਾ ਕਿ ਸਾਡਾ ਕੋਈ ਲਾਈਕ ਇੱਦਾਂ ਨਹੀਂ ਸੀਗਾ, ਉਦੋਂ ਕੰਮ ਲੱਭਣਾ ਥੋੜ੍ਹਾ ਔਖਾ ਸੀਗਾ। ਤੇ ਬਟ 3.5 ਇਅਰਸ ਅਸੀਂ ਹੁਣ ਦੇਖਦੇ ਹਾਂ ਕਾਫੀ ਕੁਝ ਚੇਂਜ ਹੋ ਗਿਆ। ਹੁਣ ਕਾਫੀ ਲਾਈਕ ਸਟੂਡੈਂਟਸ ਦੀ ਹੈਲਪ ਬਹੁਤ ਹੁੰਦੀ ਆ। ਤੇ ਮੈਨੂੰ ਲੱਗਦਾ ਕਿ ਮੇਰੇ ਤੋਂ ਜਿਹੜੇ ਪਹਿਲਾਂ ਆਏ ਸੀਗੇ ਉਹਨਾਂ ਨੂੰ ਜ਼ਿਆਦਾ ਔਖਾ ਸੀਗਾ, ਮੈਨੂੰ ਥੋੜ੍ਹਾ ਔਖਾ ਸੀਗਾ, ਹੁਣ ਇਹਨਾਂ ਵਾਸਤੇ ਜ਼ਿਆਦਾ ਥੋੜ੍ਹਾ ਈਜ਼ੀ ਹੋ ਗਿਆ। ਮੋਸਟਲੀ ਜਦੋਂ ਮੈਂ ਆਇਆ ਸੀਗਾ ਮੈਂ ਵੀ ਰੈਫਰੈਂਸ ਥਰੂ ਗਿਆ ਸੀਗਾ, ਰੈਫਰੈਂਸ ਥਰੂ ਫਿਰ ਏਜੰਸੀ ਦੇ ਥਰੂ, ਬਟ ਮੋਸਟਲੀ ਇੱਥੇ ਰੈਫਰੈਂਸ ਕੰਮ ਆਉਂਦੀ ਆ ਜ਼ਿਆਦਾ। ਹਾਂਜੀ, ਜ਼ਿਆਦਾ ਰੈਫਰੈਂਸ ਕੰਮ, ਜੇ ਰੈਫਰੈਂਸ ਹੋਵੇ ਤਾਂ ਈਜ਼ੀਲੀ ਮਿਲ ਜਾਂਦਾ, ਅਦਰਵਾਈਜ਼ ਫਿਰ ਜੇ ਕਿਸੇ ਦੀ ਰੈਫਰੈਂਸ ਨਹੀਂ ਕਿ ਫਿਰ ਏਜੰਸੀਜ਼ ਦੇ ਵਿੱਚ ਜਾਣਾ ਪੈਂਦਾ, ਫਿਰ ਉਦੋਂ ਥੋੜ੍ਹਾ ਡਿਫੀਕਲਟ ਹੁੰਦਾ ਹੈ। ਬਿਕੋਜ਼ ਰੈਫਰੈਂਸ ਜ਼ਿਆਦਾ ਪ੍ਰੈਫਰ ਕਰਦੇ ਆ ਇੱਥੇ, ਜਿੱਥੇ ਵੀ ਕੰਮ ਲੱਗਦੇ ਆ ਨਾ ਆਪਾਂ, ਤਾਂ ਰੈਫਰੈਂਸ ਪ੍ਰੈਫਰ ਕਰਦੇ ਜ਼ਿਆਦਾ। ਕੁੜੀਆਂ ਨੂੰ ਈਜ਼ੀਲੀ ਜਿਹੜੀ ਆ ਰੈਂਟ ਮਿਲ ਜਾਂਦੀ ਆ, ਬੇਸਮੈਂਟ ਹੋਵੇ ਚਾਹੇ ਰੂਮਸ ਹੋਣ, ਤੇ ਉਹਨਾਂ ਦਾ ਰੈਂਟ ਵੀ ਲੋ ਹੁੰਦਾ ਐਜ਼ ਕੰਪੇਅਰ ਟੂ ਬॉयਜ਼। ਇਹ ਚੀਜ਼ ਅਸੀਂ ਫੇਸ ਕੀਤੀ ਹੋਈ ਆ। ਜਦੋਂ ਪਹਿਲਾਂ ਅਸੀਂ ਆਇਆ ਸੀਗਾ ਇੱਥੇ, ਉਦੋਂ ਇੱਦਾਂ ਹੁੰਦਾ ਸੀਗਾ ਕਿ ਇਫ ਕੁੜੀਆਂ ਨੂੰ ਐਡਸ ਬਹੁਤ ਪੈਂਦੀਆਂ। ਅੱਜ ਕੱਲ੍ਹ ਆਪਾਂ ਇੰਸਟਾਗ੍ਰਾਮ 'ਤੇ ਕਿਤੇ ਵੀ ਦੇਖ ਲਿਆ, ਉਹਨਾਂ ਦੀ ਐਡਸ ਬਹੁਤ ਹੁੰਦੀਆਂ, ਸ਼ੇਅਰਿੰਗ ਵਾਸਤੇ ਰੂਮਸ ਹੁੰਦੇ ਆ, ਅਵੇਲੇਬਲ ਹੁੰਦੇ ਆ, ਐਂਡ ਉਹ ਕੰਪੈਰੇਟਿਵਲੀ ਬॉयਜ਼ ਨੂੰ ਉਹ ਸਸਤੇ ਹੁੰਦੇ ਆ। ਜੇ ਮੁੰਡਿਆਂ ਨੇ ਇਕੱਲਿਆਂ ਰਹਿਣਾ ਹੋਵੇ, ਜੇ ਅਸੀਂ ਦੋਵਾਂ ਨੇ ਇਕੱਲਿਆਂ ਰਹਿਣਾ ਹੋਵੇ, ਸਾਨੂੰ ਬਹੁਤ ਜ਼ਿਆਦਾ ਐਕਸਪੈਂਸਿਵ ਆ ਐਜ਼ ਕੰਪੇਅਰ ਟੂ ਗਰੁੱਪ। ਅਸੀਂ ਗਰੁੱਪ 'ਚ ਜੇ ਰਹੀਏ ਫਿਰ ਸਾਨੂੰ ਸਸਤਾ ਪੈਂਦਾ ਆ। ਸੋ ਮਤਲਬ ਮੁੰਡੇ ਪ੍ਰਾਈਵੇਟ ਰੂਮ ਬਾਰੇ ਮਤਲਬ ਔਖਾ ਹੀ ਆ ਸੋਚਣਾ, ਕੁੜੀਆਂ ਸੋਚ ਸਕਦੀਆਂ ਉਸ ਚੀਜ਼ ਬਾਰੇ, ਪਰ ਮੁੰਡੇ ਨਹੀਂ ਸੋਚ ਸਕਦੇ। ਹਾਂਜੀ, ਪੂਰੀ ਬੇਸਮੈਂਟ ਵੀ ਰਹਿ ਸਕਦੇ, ਜਿੱਦਾਂ ਹੁਣ ਅਸੀਂ ਰਹਿੰਦੇ ਹਾਂ, ਅਸੀਂ ਪੂਰੀ ਬੇਸਮੈਂਟ ਲਈ ਹੋਈ, ਅਸੀਂ ਪੂਰੀ ਬੇਸਮੈਂਟ 'ਚ ਰਹਿੰਦੇ ਹਾਂ। ਸੋ ਪੂਰਾ ਬੇਸਮੈਂਟ ਮੋਸਟਲੀ ਕਈ ਮੁੰਡੇ ਆ ਉਹ ਪੂਰੇ ਘਰ 'ਚ ਵੀ ਰਹਿੰਦੇ ਆ, ਪੂਰੇ ਘਰ ਲੈ ਕੇ 6 ਜਾਂ 7 ਮੁੰਡੇ ਰਹਿ ਸਕਦੇ ਆ, ਦੋਵੇਂ ਚੀਜ਼ਾਂ ਅਫੋਰਡੇਬਲ ਆ। ਵਿਦਆਊਟ ਕਾਰ 1100 ਤੋਂ 1200। ਹਾਂਜੀ, ਈਜ਼ੀਲੀ, ਮਤਲਬ ਕਿ ਉਹ 'ਚ ਬੰਦਾ ਪੂਰਾ ਖੁਸ਼ ਰਹਿ ਸਕਦਾ 1100-1200 ਦੇ ਵਿੱਚ। ਕਾਰ ਦਾ ਕਿੰਨਾ ਕੁ ਖਰਚਾ ਹੁੰਦਾ? ਉਹ ਡਿਪੈਂਡ ਕਰਦਾ ਤੁਸੀਂ ਕਾਰ ਕਿਹੜੀ ਲੈਂਦੇ ਹੋ, ਤੇ ਇੰਸ਼ੋਰੈਂਸ ਵੀ ਡਿਪੈਂਡ ਕਰਦਾ ਤੁਹਾਡੀ ਏਜ ਕਿੰਨੀ ਆ। ਤੇ ਐਂਡ ਇਫ ਜੇ ਆਪਾਂ ਸਿੰਪਲੀ ਗੱਲ ਕਰੀਏ ਤਾਂ ਕੋਈ ਵੀ ਗੱਡੀ ਆ ਉਹਦੀ $1000 ਉਹਦਾ ਮਹੀਨੇ ਦਾ ਖਰਚਾ ਹੈਗਾ ਹੀ ਹੈਗਾ। ਕਾਰ ਦਾ ਇਹ ਫਾਇਦਾ ਕਿ ਜਦੋਂ ਆਪਾਂ ਕਾਰ ਲੈ ਲੈਣ, ਜਿਸ ਤਰ੍ਹਾਂ ਮੈਂ ਬਰੈਂਪਟਨ 'ਚ ਰਹਿੰਦਾ, ਸੋ ਅਸੀਂ ਇੱਥੋਂ ਅਗਰ ਟੋਰਾਂਟੋ, ਬਿਕੋਜ਼ ਅਸੀਂ ਟੋਰਾਂਟੋ ਕੰਮ ਕਰਦੇ ਹਾਂ ਮੋਸਟਲੀ, ਸੋ ਇੱਥੋਂ ਟੋਰਾਂਟੋ ਜਾਣਾ ਹੋਵੇ ਤਾਂ 2 ਬੱਸਾਂ ਚੇਂਜ ਕਰਕੇ ਜਾਣੀ ਪੈਂਦੀਆਂ। ਮਿਸਿਸਾਗਾ ਐਂਡ ਬਰੈਂਪਟਨ ਤਾਂ ਦੋਨੋਂ ਦਾ ਫੇਅਰ ਪੈਂਦਾ। ਸੋ ਉਹਦੇ ਨਾਲੋਂ ਬੈਟਰ ਆ ਕਾਰ। ਸੋ ਕਾਰ ਨਾਲ ਇਹ ਹੁੰਦਾ ਕਿ ਅਸੀਂ 2 ਕੰਮ ਕਰ ਲੈਂਦੇ ਹਾਂ, ਜਾਂ ਜਿਹਦਾ ਕਾਲਜ ਆ ਉਹ ਬੰਦਾ ਕਾਲਜ ਵੀ ਆਪਣਾ ਅਟੈਂਡ ਕਰ ਸਕਦਾ ਹੈ। ਸੋ ਉਹਦੇ ਨਾਲ ਫਿਰ ਈਜ਼ੀਲੀ ਕਾਰ ਵੱਧ ਜਾਂਦੀਆਂ। ਐਗਜ਼ੈਕਟਲੀ, ਐਂਡ ਵਧੀਆ ਕੰਮ ਮਿਲ ਜਾਂਦਾ। ਐਂਡ ਪਲੱਸ ਇੱਥੇ ਬਰੈਂਪਟਨ ਦੇ ਵਿੱਚ ਇੱਦਾਂ ਹੁੰਦਾ ਕਿ ਅਸੀਂ ਜੇ ਜਾ ਰਹੇ ਹਾਂ ਅਸੀਂ ਕਾਰ ਪੂਲਿੰਗ ਕਰ ਲੈਂਦੇ ਹਾਂ। ਸੋ ਕਾਰ ਪੂਲਿੰਗ ਨਾਲ ਰਾਈਡਸ ਦੇ ਪੈਸੇ ਮਿਲ ਜਾਂਦੇ, ਸੋ ਗੱਡੀ ਦਾ ਖਰਚਾ ਉਹਨਾਂ ਚੀਜ਼ਾਂ ਤੋਂ ਨਿਕਲ ਜਾਂਦਾ ਹੈ। ਕਾਰ ਪੂਲਿੰਗ ਦਾ ਕੀ ਮਤਲਬ? ਕਾਰ ਪੂਲਿੰਗ ਇਨ ਸੈਂਸ ਜੇ ਮੈਂ ਕਿਤੇ ਕੰਮ ਕਰ ਰਿਹਾ, ਮੈਂ ਆਪਣੇ ਨਾਲ ਫਰੈਂਡਸ ਨੂੰ ਨਾਲ ਲੈ ਜਾਂਦਾ, ਜਿਵੇਂ ਰਾਈਡ ਸ਼ੇਅਰ ਦੀ ਆਪਾਂ ਗੱਲ ਕਰ ਰਹੇ ਹਾਂ। ਐਗਜ਼ੈਕਟਲੀ, ਰਾਈਡ ਸ਼ੇਅਰਸ ਹੁੰਦੀਆਂ। ਸੋ ਉਹਦੇ ਕਰਕੇ ਫਿਰ ਇੰਨਾ ਬੰਦੇ ਨੂੰ ਕਾਰ ਇੱਥੇ ਅਫੋਰਡ ਕਰਨੀ ਨਹੀਂ ਔਖੀ ਨਹੀਂ ਆ। ਇੰਟਰਨੈਟ ਬਹੁਤ ਜ਼ਿਆਦਾ ਜ਼ਰੂਰੀ, ਇੰਟਰਨੈਟ ਤੋਂ ਬਿਨਾਂ ਇੱਥੇ ਲਾਈਫ ਹੈ ਹੀ ਨਹੀਂ ਆ। ਅਸੀਂ ਜਦੋਂ ਦੇ ਆਏ ਹਾਂ ਅਸੀਂ ਇੰਟਰਨੈਟ ਤੋਂ ਬਿਨਾਂ ਲਾਈਕ ਕਿਤੇ ਵੀ ਟਰੈਵਲ ਕੀਤਾ ਹੀ ਨਹੀਂ ਆ। ਐਂਡ ਪਲੱਸ ਇਹ ਹੈ ਕਿ ਫੋਨਸ ਦਾ ਡਿਪੈਂਡ ਕਰਦਾ ਕਿ ਤੁਸੀਂ ਕਿਹੜੀ ਡੀਲ ਲੈਂਦੇ ਹੋ। ਤੇ ਕਈਆਂ ਦਾ ਇਸ ਤਰ੍ਹਾਂ ਹੁੰਦਾ ਕਿ ਕਈਆਂ ਨੇ ਕੰਮ ਤੇ ਵੀ ਵਾਈਫਾਈ ਹੁੰਦੇ ਐਂਡ ਘਰੇ ਵੀ ਵਾਈਫਾਈ ਹੁੰਦਾ। ਸੋ ਫਿਰ ਸਿਰਫ ਉਹਨਾਂ ਨੂੰ ਇੰਟਰਨੈਟ ਚਾਹੀਦਾ ਟਰੈਵਲ ਵਾਸਤੇ, ਫਿਰ ਉਹਨਾਂ ਨੂੰ ਇੰਨੀ ਜ਼ਿਆਦਾ ਡੀਲਸ ਦੀ ਲੋੜ ਨਹੀਂ। ਫਿਰ ਉਹ 40 ਦਾ ਪੈਕੇਜ ਲੈ ਸਕਦੇ, 50 ਦਾ ਲੈ ਸਕਦੇ ਆ, ਪਲੱਸ ਜਿਹੜੀ ਫੋਨ ਦੀ ਆਪਣਾ ਚਾਰਜਸ ਅਲੱਗ ਹੋ ਗਏ। ਬਟ ਜਿਨ੍ਹਾਂ ਨੂੰ ਸਪੋਜ਼ ਕੰਮ ਤੇ ਨਹੀਂ ਹੈਗਾ, ਇੰਟਰਨੈਟ ਅਵੇਲੇਬਲ ਨਹੀਂ ਹੈਗਾ, ਫਿਰ ਉਹਨਾਂ ਨੂੰ ਨੈਟ ਜ਼ਿਆਦਾ ਚਾਹੀਦਾ। ਸੋ ਉਹਨਾਂ ਦੀ ਫਿਰ ਡੀਲਸ ਇਨਕਰੀਜ਼ ਹੋ ਜਾਂਦੀਆਂ। ਉਹ ਵੀ ਡਿਪੈਂਡ ਕਰਦਾ। ਨਹੀਂ, ਮੈਨੂੰ ਇੰਨੀ ਨੌਲੇਜ ਨਹੀਂ ਸੀ ਇਸ ਚੀਜ਼ ਬਾਰੇ। ਹਾਲਾਂਕਿ ਜਦੋਂ ਮੈਂ ਪਹਿਲੇ ਦਿਨ ਆਇਆ, ਮੈਨੂੰ ਫਿਰ ਉਦੋਂ ਸਾਰੀ ਚੀਜ਼ਾਂ ਐਕਸਪਲੇਨ ਕੀਤੀਆਂ ਮੇਰੇ ਫਰੈਂਡ ਨੇ, ਤੇ ਉਹਨੇ ਦੱਸਿਆ ਕਿ ਇੱਦਾਂ ਆਪਾਂ ਡੋਰ ਖੋਲ੍ਹ ਕੇ ਰੱਖਣਾ ਹੈ, ਪਲੱਸ ਸੌਰੀ ਥੈਂਕ ਯੂ ਇੱਥੇ ਚਾਹੀਦੀ ਆ। ਸੌਰੀ ਥੈਂਕ ਯੂ ਤੋਂ ਬਿਨਾਂ ਇੱਥੇ ਕਿਸੇ ਨਾਲ ਗੱਲ ਨਹੀਂ ਕਰ ਸਕਦੇ ਆਪਾਂ। ਐਂਡ ਸੈਕਿੰਡ ਥਿੰਗ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਆਪਣਾ ਬੱਸ ਸਟਾਪ ਕਰਨੀ, ਮੇਰੇ ਨਾਲ ਕਈ ਵਾਰ ਇੱਦਾਂ ਆਇਆ ਸੀ ਕਿ ਮੈਂ ਨਿਕਲ ਜਾਂਦਾ ਹੁੰਦਾ ਸੀ ਨੈਕਸਟ ਸਟਾਪ 'ਤੇ, ਫਿਰ ਮੈਨੂੰ ਸਟਾਪ ਨੱਪਣਾ ਪੈਂਦਾ ਸੀ, ਫਿਰ ਡਰਾਈਵਰ ਬੱਸ ਰੋਕ ਦਿੰਦੇ ਸੀਗੇ। ਉਹ ਚੀਜ਼ਾਂ, ਬਟ ਇੰਨਾ ਟਾਈਮ ਨਹੀਂ ਲੱਗਾ, ਵਿਦਿਨ 1 ਤੋਂ 1.5 ਮੰਥ ਦੇ ਵਿੱਚ ਮੈਂ ਸਾਰੀਆਂ ਚੀਜ਼ਾਂ ਸਿੱਖ ਗਿਆ ਸੀਗਾ। ਵੈਸੇ ਕੀ ਐਵੇਂ ਦੀਆਂ ਕੋਈ ਕਾਲਜਸ ਵਿੱਚ ਵੀ ਕੋਈ ਕਲਾਸਿਸ ਹੁੰਦੀਆਂ ਨੇ, ਜਾਂ ਕੋਈ ਤੁਹਾਨੂੰ ਬਾਹਰ ਕੋਈ ਐਵੇਂ ਦੀਆਂ ਹੈਗੀਆਂ ਜਿਹੜੀਆਂ ਗਾਈਡ ਵਗੈਰਾ ਕਰਦੇ ਨੇ ਜਿਹੜੇ ਨਵੇਂ ਸਟੂਡੈਂਟਸ ਆਉਂਦੇ ਆ ਕਿ ਇੱਥੇ ਕਿਵੇਂ ਤੁਸੀਂ ਸਾਰਾ ਕੁਝ ਆਪਣੇ ਆਪ ਨੂੰ ਵਿਚਾਰਨਾ ਇਸ ਪੂਰੇ ਮਾਹੌਲ ਦੇ? ਹਾਂਜੀ, ਉਹ ਜਦੋਂ ਸਾਡੀ ਓਰੀਐਂਟੇਸ਼ਨ ਹੁੰਦੀ ਆ ਉਦੋਂ ਉਹ ਦੱਸਦੇ ਆ। ਮੋਸਟਲੀ ਕੋਈ ਅਟੈਂਡ ਨਹੀਂ ਕਰਦਾ ਓਰੀਐਂਟੇਸ਼ਨ, ਬਟ ਓਰੀਐਂਟੇਸ਼ਨ ਦੇ ਵਿੱਚ ਉਹ ਇੱਦਾਂ ਦੀ ਬੇਸਿਕ ਗੱਲਾਂ ਬਹੁਤ ਸਿੱਖਣ ਨੂੰ ਮਿਲਦੀਆਂ। ਜਦੋਂ ਉਹ ਦੱਸਦੇ ਆ ਕਿ ਤੁਸੀਂ ਇੱਥੇ ਇੱਦਾਂ ਰਹਿਣਾ, ਕਾਲਜ ਦੀ ਮੋਸਟਲੀ ਦੱਸਦੇ ਆ। ਬੇਸਿਕ ਲਾਈਫ ਬਾਰੇ ਉਹ ਸ਼ਾਇਦ ਨਾ ਦੱਸਣ, ਬਟ ਕਾਲਜ ਲਾਈਫ ਬਾਰੇ ਬਹੁਤ ਕੁਝ ਦੱਸਦੇ ਆ ਜਿਹੜਾ ਆਪਾਂ ਨੂੰ ਸਿੱਖਣਾ ਬਹੁਤ ਜ਼ਰੂਰੀ ਆ। ਮਤਲਬ
ਓਰੀਐਂਟੇਸ਼ਨ ਅਟੈਂਡ ਕਰਨੀ ਜ਼ਰੂਰੀ ਹੈ? ਬਹੁਤ ਜ਼ਰੂਰੀ ਹੈ ਜੀ, ਓਰੀਐਂਟੇਸ਼ਨ ਬਹੁਤ ਜ਼ਰੂਰੀ ਹੈ। ਫਿਲਹਾਲ ਆ ਕਰੋਨਾ ਟਾਈਮ ਦੇ ਵਿੱਚ ਓਰੀਐਂਟੇਸ਼ਨ ਤੇ ਹੋਈਆਂ ਹੀ ਨਹੀਂ, ਸੋ ਬਟ ਸਟਿਲ ਜਦੋਂ ਕਾਲਜ ਖੁੱਲਣਗੇ ਓਰੀਐਂਟੇਸ਼ਨ ਹੋਣਗੇ ਬਹੁਤ ਹੈਲਪ। ਨਹੀਂ ਇੱਥੇ ਮਿਹਨਤ ਦੇਖੋ, ਮਿਹਨਤ ਜਿੱਥੇ ਰਹੋਗੇ ਤੁਹਾਨੂੰ ਕਰਨੀ ਪੈਣੀ ਹੈ, ਬਟ ਮੈਨੂੰ ਜਿੱਥੋਂ ਤੱਕ ਲੱਗਦਾ ਇੱਥੇ ਮਿਹਨਤ ਦਾ ਮੁੱਲ ਹੈਗਾ। ਸੋ ਇੱਥੇ ਆਉਣ ਦਾ ਇਹ ਫਾਇਦਾ ਕਿ ਸਾਨੂੰ ਇਕੁਅਲ ਓਪਰਚੁਨਿਟੀਜ਼ ਮਿਲਦੀਆਂ, ਪਲੱਸ ਆਪਣੀ ਮਿਹਨਤ ਜਿੰਨੀ ਕਰਦੇ ਉਹਨਾਂ ਆਪਾਂ ਨੂੰ ਮਿਲਦਾ। ਸੋ ਬੰਦੇ ਤੇ ਡਿਪੈਂਡ ਕਰਦਾ, ਜੇ ਬੰਦਾ ਮਿਹਨਤੀ ਆ ਉਹਨੂੰ ਡੈਫੀਨੇਟਲੀ ਇੱਥੇ ਆਉਣਾ ਚਾਹੀਦਾ। ਸੋ ਜਿੱਦਾਂ ਆਪਾਂ ਲਾਈਫ 'ਚ ਅੱਗੇ ਵੱਧਦੇ ਜਾਵਾਂਗੇ ਸਾਡੀ ਕਮਾਈ ਇਨਕਰੀਜ਼ ਹੁੰਦੀ ਜਾਊਗੀ। ਸੋ ਹੁਣ ਮੈਨੂੰ 3 ਸਾਲ ਹੋ ਗਿਆ, ਮੈਂ ਜੇ ਕੰਪੇਅਰ ਕਰਾਂ ਜਦੋਂ ਪਹਿਲਾਂ ਆਇਆ ਸੀਗਾ ਤੇ ਮੈਂ ਉਸ ਦੇ ਨਾਲ ਡਬਲ ਇਨਕਮ ਕਰ ਰਿਹਾ ਹੁਣ। ਸੋ ਉਸ ਚੀਜ਼ ਨਾਲ ਫਿਰ ਇੰਨਾ ਫਰਕ ਨਹੀਂ ਪੈਂਦਾ। ਜੇ ਆਪਾਂ ਇੱਥੇ ਰਹੀਏ ਫਿਰ ਉਸ ਚੀਜ਼ ਦੇ ਹਿਸਾਬ ਨਾਲ ਉਹ ਚੀਜ਼ਾਂ ਮਹਿੰਗੀਆਂ ਵੀ ਆ, ਬਟ ਅਫੋਰਡ ਕਰ ਸਕਦੇ ਹਾਂ। ਸਟੂਡੈਂਟ ਲਾਈਫ 'ਚ ਥੋੜ੍ਹਾ ਔਖਾ ਆ, ਪੇਰੈਂਟਸ ਨੂੰ ਸਪੋਰਟ ਕਰਨਾ ਥੋੜ੍ਹਾ ਔਖਾ ਆ, ਬਟ ਹਾਂ ਸਟੂਡੈਂਟ ਲਾਈਫ ਤੋਂ ਬਾਅਦ ਜਦੋਂ ਆਪਾਂ ਵਰਕ 'ਤੇ ਆ ਜਾਂਦੇ ਹਾਂ ਫਿਰ ਈਜ਼ੀ ਆ। ਪੇਰੈਂਟਸ ਨੂੰ ਬਹੁਤ ਸਪੋਰਟ ਹੁੰਦੀ ਹੈ ਜਦੋਂ ਆਪਾਂ ਇੱਥੇ ਕਮਾਈ ਕਰਨ ਲੱਗ ਪੈਂਦੇ ਹਾਂ, ਬਟ ਫੀਸ ਵਗੈਰਾ ਜਾਂ ਅਗਰ ਬੰਦਾ ਮਿਹਨਤੀ ਹੈ ਤਾਂ ਉਹ ਕੱਢ ਸਕਦਾ ਈਜ਼ੀਲੀ। ਤੇ ਇੱਥੇ ਜੇ ਗੱਲ ਕਰੀਏ ਲਾਈਫ ਨੂੰ ਲੈ ਕੇ, ਸਭ ਤੋਂ ਪਹਿਲਾਂ ਜਦੋਂ ਬੰਦਾ ਆਉਂਦਾ ਹੈ ਤਾਂ ਪਹਿਲੀ ਚੀਜ਼ ਹੁੰਦੀ ਹੈ ਕਿ ਸਿਰ ਤੇ ਛੱਤ ਚਾਹੀਦੀ ਹੁੰਦੀ ਹੈ, ਰਾਈਟ? ਸੋ ਤੁਸੀਂ ਕਿੱਥੇ ਰਹਿੰਦੇ ਹੋ? ਮਤਲਬ ਬੇਸਮੈਂਟ ਵਿੱਚ ਰਹਿੰਦੇ ਹੋ ਜਾਂ ਅਪਰ ਰੂਮ ਮਿਲਿਆ ਹੋਇਆ ਜਾਂ ਆਪਣਾ ਘਰ ਹੈ? ਇਟਸ ਅ ਬੇਸਮੈਂਟ ਆ ਤੇ ਉਹਦੇ ਵਿੱਚ ਰਹਿੰਦੇ ਹਾਂ ਅਸੀਂ, ਤੇ ਸਾਨੂੰ ਆਲਮੋਸਟ ਜਦੋਂ ਦੇ ਆਏ ਅਸੀਂ ਇੱਕ ਹੀ ਬੇਸਮੈਂਟ 'ਚ ਆ। ਯਾ ਸੋ ਬੇਸਮੈਂਟ ਦੇ ਰੈਂਟਸ ਵਗੈਰਾ ਜਿਵੇਂ ਹੁੰਦੇ ਆ, ਕਿ ਇਹ ਅਫੋਰਡੇਬਲ ਹੁੰਦੇ ਆ? ਕਿਸ ਸਿਸਟਮ ਨਾਲ ਕਿਵੇਂ ਹੁੰਦੇ ਆ ਰੈਂਟ ਸਿਸਟਮ, ਕਿਵੇਂ ਦੇ ਹੁੰਦੇ ਆ? ਆਈ ਥਿੰਕ ਕਿਉਂਕਿ ਜਦੋਂ ਬੱਚੇ ਨਵੇਂ ਆਉਂਦੇ ਆ ਉਹਨਾਂ ਕੋਲ GIC ਵਗੈਰਾ ਹੁੰਦੀ ਆ ਤਾਂ ਉਹਦੇ ਲਈ ਅਫੋਰਡੇਬਲ ਹੁੰਦਾ। ਤੇ ਜੇ ਅਗਰ ਸਾਨੂੰ ਨਾਲ ਪਾਰਟ ਟਾਈਮ ਵਰਕ ਵੀ ਕਰ ਰਹੇ ਆ ਤਾਂ ਵੀ ਅਫੋਰਡੇਬਲ ਹੁੰਦੇ ਆ। ਲਾਈਕ ਜੇ ਉਹ ਲਾਈਕ ਸ਼ੇਅਰਿੰਗ 'ਚ ਰਹਿੰਦੇ ਆ, ਅਦਰਵਾਈਜ਼ ਅਗਰ ਉਹ ਪ੍ਰਾਈਵੇਟ ਰੂਮ ਆਪਣਾ ਖੁਦ ਦਾ ਲੈ ਕੇ ਦਿੰਦੇ ਆ ਦੈਨ ਇਟਸ ਐਕਸਪੈਂਸਿਵ, ਅਫੋਰਡ ਨਹੀਂ ਕਰ ਸਕਦਾ ਉਹਦੇ। ਤੇ ਸ਼ੇਅਰਿੰਗ ਦੇ ਵਿੱਚ ਕਿੰਨਾ ਕੁ ਪਰ ਪਰਸਨ ਨੂੰ ਆ ਜਾਂਦਾ ਹੈ? ਸ਼ੇਅਰਿੰਗ ਦੇ ਵਿੱਚ ਡਿਪੈਂਡ ਕਰਦਾ ਓਨਰ ਕਿ ਤੁਹਾਨੂੰ ਉਹ ਕਿੰਨਾ ਚਾਰਜ ਕਰਦਾ ਹੈ, ਬਿਕੋਜ਼ ਜਿਹੜੇ ਨਾਈਸ ਹੁੰਦੇ ਆ ਕੁਝ ਜੋ ਕਿ ਬਿਲਕੁਲ ਘੱਟ ਹੀ ਚਾਰਜ ਕਰਦੇ, ਲਾਈਕ ਮੈਕਸਿਮਮ 300 ਤੋਂ ਸ਼ੁਰੂ ਕਰਦੇ ਆ। ਬਟ ਕਈ ਵਾਰ ਹੁੰਦਾ ਕਿ ਲੋਕੀ ਸ਼ੇਅਰਿੰਗ ਦੇ ਵਿੱਚ ਬਹੁਤ ਜ਼ਿਆਦਾ ਲਾਈਕ ਲੈਂਦੇ ਆ, 500 ਵੀ ਪਰ ਪਰਸਨ ਲੈਂਦੇ ਆ। ਮੇ ਵੀ ਰੂਮ 'ਚ 2 ਜਾਂ 4 ਬੰਦੇ ਵੀ ਰਹਿੰਦੇ ਹੋਣ। ਇਟ ਡਿਪੈਂਡਸ ਕਿ ਤੁਹਾਡਾ ਰੂਮ ਕਿਵੇਂ ਦਾ ਆ, ਕਹੇ ਜੀ ਲੋਕੇਸ਼ਨ ਜਾਂ ਵੀ ਲੋਕੇਸ਼ਨ ਵੀ ਡਿਪੈਂਡ ਕਰਦੀ ਆ, ਰੂਮ ਵੀ ਡਿਪੈਂਡ ਕਰਦਾ, ਇਵਨ ਇਟਸ ਓਨਰ ਤੇ ਵੀ ਡਿਪੈਂਡ ਕਰਦਾ ਕਿ ਉਹ ਕਿਵੇਂ ਦੇ ਆ। ਆਈ ਥਿੰਕ ਅਗਰ ਲਾਈਕ ਤੁਸੀਂ ਪਰਸਨ ਹੋ, ਅਗਰ ਤੁਹਾਡਾ ਕੰਮ ਜਾਂ ਲੋਕੇਸ਼ਨ ਲਾਈਕ ਪਬਲਿਕਲੀ ਲਾਈਕ ਤੁਹਾਨੂੰ ਘਰ ਤੋਂ ਬਾਹਰ ਹੀ ਬੱਸਿਸ ਮਿਲ ਰਹੀਆਂ ਐਵਰੀਥਿੰਗ ਹੈ ਨਾ, ਫਿਰ ਤਾਂ ਤੁਹਾਨੂੰ ਇੰਨੀ ਛੇਤੀ ਕਾਰ ਬਾਏ ਕਰਨ ਦੀ ਜ਼ਰੂਰਤ ਨਹੀਂ ਆ। ਬਟ ਜਾਂ ਅਗਰ ਤੁਹਾਡਾ ਕੰਮ ਦੂਰ ਆ, ਲੋਕੇਸ਼ਨ ਇੱਕ ਐਪਰੋਪ੍ਰੀਏਟ ਨਹੀਂ ਆ, ਬੱਸਿਸ ਤੁਹਾਨੂੰ ਟਾਈਮ ਤੇ ਨਹੀਂ ਮਿਲਦੀਆਂ ਨੇ ਵੀ ਸਨੋ ਦੇ ਵਿੱਚ, ਫਿਰ ਕਾਰ ਲੈਣਾ ਆਈ ਥਿੰਕ ਵੈਲ ਆ ਬੰਦੇ ਲਈ। ਸਰਦੀਆਂ ਵਿੱਚ ਬੱਸਿਸ ਵਿੱਚ ਟਰੈਵਲ ਕਰਨਾ ਕਿਸ ਚੀਜ਼ ਨੂੰ ਲੈ ਕੇ ਸਭ ਤੋਂ ਜ਼ਿਆਦਾ ਟਰੈਵਲਿੰਗ ਦੇ ਵਿੱਚ ਪ੍ਰੋਬਲਮ ਆਉਂਦੀ ਹੈ? ਆਈ ਥਿੰਕ ਜਦੋਂ ਸਨੋ ਪੈਂਦੀ ਆ ਉਦੋਂ ਬਹੁਤ ਜ਼ਿਆਦਾ ਮੁਸ਼ਕਿਲ ਹੁੰਦਾ, ਬਿਕੋਜ਼ ਬੱਸਿਸ ਵੀ ਡਿਲੇ ਹੁੰਦੀਆਂ ਬਹੁਤ ਜ਼ਿਆਦਾ, ਤੇ ਰਾਤ ਕਰਕੇ ਵੀ ਜਿਵੇਂ ਆਪਾਂ ਲੇਟ ਨਾਈਟ ਕੰਮ ਕਰ ਰਹੇ ਹਾਂ ਤਾਂ ਇਹਨਾਂ ਬੱਚਿਆਂ ਲਈ ਬਹੁਤ ਔਖਾ, ਕਿਉਂਕਿ ਉਹਨਾਂ ਨੂੰ ਉੱਥੇ ਵੇਟ ਕਰਨਾ ਪੈਂਦੀ ਇੰਨੀ ਠੰਡ ਦੇ ਵਿੱਚ। ਤੇ ਜੇ ਆਪਾਂ ਗਰੋਸਰੀ ਦੀ ਗੱਲ ਕਰੀਏ, ਆਮ ਤੌਰ ਤੇ ਗਰੋਸਰੀ ਲਈ ਕਿਹੜੇ ਜ਼ਿਆਦਾ ਫੇਮਸ ਹੈਗਾ ਜਿੱਥੇ ਤੁਹਾਨੂੰ ਲੱਗਦਾ ਕਿ ਇੱਥੇ ਅਫੋਰਡੇਬਲ ਜਿਹੜੀ ਗਰੋਸਰੀ ਮਿਲਦੀ ਆ, ਜ਼ਿਆਦਾ ਮਹਿੰਗੀ ਨਹੀਂ ਹੈ? ਆਈ ਥਿੰਕ ਜਿਹੜੇ ਇੱਥੇ ਲਾਈਕ ਫਰੈਸ਼ਕੋ ਹੋ ਗਿਆ ਜਾਂ ਫਿਰ ਆਪਾਂ ਕਹਿ ਦਈਏ ਨੋ ਫਿਲਸ ਹੋ ਗਏ, ਵਾਲਮਾਰਟ ਹੋ ਗਏ, ਉਹ ਅਫੋਰਡੇਬਲ ਆ। ਅਗਰ ਆਪਾਂ ਇੰਡੀਅਨ ਸਟੋਰਸ ਦੀ ਗੱਲ ਕਰੀਏ ਜਾਏ, ਆਈ ਥਿੰਕ ਉਹ ਜ਼ਿਆਦਾ ਚਾਰਜੇਬਲ ਆ। ਯਾ ਮਤਲਬ ਕਿ ਇੰਡੀਅਨ ਸਟੋਰਸ ਜ਼ਿਆਦਾ ਮਹਿੰਗੇ ਨੇ ਐਸ ਕੰਪੇਅਰ ਟੂ ਇੱਥੋਂ ਦੇ ਲੋਕਲ? ਯਾ ਆਈ ਥਿੰਕ ਸੋ ਅਕੋਰਡਿੰਗ ਟੂ ਮੀ, ਬਟ ਮੇ ਵੀ ਆਪਣੇ ਇਨਸਾਨ ਤੇ ਵੈਰੀ ਕਰਦਾ ਕਿ ਉਹਨੂੰ ਕਿਵੇਂ, ਕਿਉਂਕਿ ਮੈਨੂੰ ਇੱਥੋਂ ਦੇ ਸਟੋਰ ਜ਼ਿਆਦਾ ਅਫੋਰਡੇਬਲ ਲੱਗਦੇ ਆ। ਸੋ ਇੱਥੇ ਬਾਈ ਵੀਕਲੀ ਸੈਲਰੀ ਮਿਲਦਾ ਜ਼ਿਆਦਾ ਟ੍ਰੈਂਡ ਹੈਗਾ ਕਿ ਤੁਹਾਨੂੰ 15 ਦਿਨਾਂ ਬਾਅਦ ਯਾਨੀ ਕਿ 2 ਹਫ਼ਤਿਆਂ ਦਾ ਸੈਲਰੀ ਮਿਲਦੀ ਆ ਕੰਮ ਕੀਤੇ ਦੀ? ਇਸ ਡਿਪੈਂਡ ਕਰਦਾ ਕਿ ਤੁਸੀਂ ਕਿਵੇਂ ਵਰਕ ਕਰ ਰਹੇ ਹੋ। ਮੋਸਟਲੀ ਇੱਥੇ ਬਾਈ ਵੀਕਲੀ ਮਿਲਦੀ ਆ, ਬਟ ਕਈ ਕੰਮਾਂ ਤੇ ਤੁਹਾਨੂੰ ਵੀਕਲੀ ਵੀ ਮਿਲਦੀ ਰਹਿੰਦੀ ਆ। ਬਾਈ ਵੀਕਲੀ ਵੀ ਮਿਲਦੀ ਆ, ਵੀਕਲੀ ਵੀ ਮਿਲਦੀ ਆ। ਤੇ ਕਿੰਨੀ ਕੁ ਸੈਲਰੀ, ਜੇ ਇੱਕ ਸਟੂਡੈਂਟ ਦੀ ਗੱਲ ਕਰੀਏ ਉਹਦਾ ਖਰਚਾ ਪਰ ਮੰਥ ਦਾ ਜੇ ਆਪਾਂ ਮੰਨ ਕੇ ਚੱਲੀਏ, ਕਿੰਨਾ ਕੁ ਇੱਕ ਸਟੂਡੈਂਟ ਦਾ ਖਰਚਾ ਹੋ ਸਕਦਾ ਹੈ ਜਿਹਨੇ ਦੇ ਵਿੱਚ ਉਹ ਈਜ਼ੀਲੀ ਅਫੋਰਡ ਕਰ ਸਕਦਾ ਆਪਦੀ ਲਾਈਫ? ਆਈ ਥਿੰਕ $1000 ਦੇ ਵਿੱਚ ਈਜ਼ੀਲੀ ਆਪਾਂ ਇੱਕ ਵਧੀਆ ਲਾਈਫ ਵੀ ਇੱਥੇ ਰਹਿ ਸਕਦੇ ਹਾਂ, ਅਗਰ ਆਪਾਂ ਆਪਣੇ ਐਕਸਪੈਂਸਿਸ, ਆਪਣੇ ਸਾਰੇ ਖਰਚਿਆਂ ਨੂੰ ਸੰਭਾਲ ਕੇ ਚੱਲੀਏ। ਤਾਂ ਅਕੋਰਡਿੰਗ ਟੂ ਮੀ ਮੈਂ ਲਾਈਕ 750, 800 ਜਾਂ 1000 ਤੱਕ ਵੀ ਵਧੀਆ ਤਰ੍ਹਾਂ ਰਹਿ ਰਹੀ ਹਾਂ ਇੱਥੇ। ਈਵਨ ਮੈਂ ਟਰੈਵਲ ਵੀ ਬਹੁਤ ਕਰਦੀ ਹਾਂ ਇੱਥੇ, ਸੋ ਮੈਨੂੰ ਇੰਨਾ ਜ਼ਿਆਦਾ ਨਹੀਂ ਲੱਗਦਾ ਕੋਈ। ਤੇ ਜਿਵੇਂ ਤੁਸੀਂ ਗੱਲ ਕੀਤੀ 1000 ਜਿਹੜਾ ਡਾਲਰ ਹੈ ਬਹੁਤ ਹੈ। ਮੋਬਾਈਲ ਦਾ ਕਿੰਨਾ ਕੁ ਬਿੱਲ ਆ ਜਾਂਦਾ, ਕਿੰਨਾ ਕੁ ਹੁੰਦਾ ਆ? ਜਿਵੇਂ ਆਪਾਂ ਦੇਖਦੇ ਆ ਕਿ ਅੱਜ ਕੱਲ ਸਕੀਮਸ ਬਹੁਤ ਚੱਲਦੀਆਂ ਨੇ, ਤੁਸੀਂ ਫੋਨ ਜਿਹੜਾ ਹੈ ਨਾਲ ਕੰਪਨੀ ਦੇ ਤੁਸੀਂ ਕਰ ਸਕਦੇ ਹੋ, ਜਿਵੇਂ 2 ਸਾਲ ਲਈ ਹਨਾ ਕਰ ਸਕਦੇ ਹੋ ਤੁਹਾਡਾ ਕੰਟਰੈਕਟ। ਜਿਵੇਂ ਸਟੂਡੈਂਟਸ ਹੁੰਦੇ ਆ ਉਹਨਾਂ ਨੂੰ ਸ਼ੌਂਕ ਹੁੰਦਾ ਆਪਾਂ ਆਈਫੋਨ ਲੈ ਲਈਏ, ਉਹਨਾਂ ਦੇ ਆਪਣੇ ਹਨਾ ਹੁੰਦੇ ਆ। ਸੋ ਇਟਸ ਡਿਪੈਂਡ ਕਿ ਉਹ ਕਿਹੜੀ ਮਤਲਬ ਕੰਪਨੀ ਕਿਹੜੇ ਮਤਲਬ ਪਲਾਨਸ ਲੈ ਰਿਹਾ, ਉੱਤੇ ਪੂਰਾ ਵੈਰੀ ਕਰਦਾ ਉਹਨਾਂ ਦੇ ਫੋਨ ਦਾ ਬਿੱਲ। ਬਟ ਮੈਕਸਿਮਮ ਇਹ $99 to $150 ਦੇ ਵਿੱਚ ਹੀ ਹੁੰਦਾ, ਜ਼ਿਆਦਾ ਮੈਕਸ ਨਹੀਂ ਹੁੰਦਾ, ਇਸ ਤੋਂ ਜ਼ਿਆਦਾ ਨਹੀਂ ਹੁੰਦਾ। ਆਈ ਥਿੰਕ ਬਿਕੋਜ਼ ਜਦੋਂ ਆਪਾਂ ਘਰੇ ਰਹਿੰਦੇ ਹਾਂ ਹਨਾ ਬੇਸਮੈਂਟ ਜਾਂ ਕਿ ਉੱਥੇ ਆਪਾਂ ਨੂੰ ਇੰਟਰਨੈਟ ਵਾਈਫਾਈ ਅਵੇਲੇਬਲ ਹੁੰਦਾ, ਉਹਦੇ ਵਿੱਚ ਆਪਾਂ ਨੂੰ ਘਰੇ ਇੰਟਰਨੈਟ ਦੀ ਇੰਨੀ ਲੋੜ ਨਹੀਂ ਪੈਂਦੀ ਹੈ ਨਾ। ਬਟ ਅਗਰ ਬਾਹਰ ਪੈਂਦੇ ਆਪਣੇ ਲਈ 10 MB 20 MB ਆਪਾਂ ਨੂੰ ਜਿੰਨਾ ਡਾਟਾ ਮਿਲਦਾ ਉਹ ਹੁੰਦਾ, ਮਤਲਬ
ਸਫੀਸ਼ੀਐਂਟ ਆ ਕਿਉਂਕਿ ਆਪਾਂ ਨੂੰ ਘਰੇ ਵਾਈਫਾਈ ਵਗੈਰਾ ਮਿਲਦੇ ਆ, ਆਪਾਂ ਕੰਮ ਤੇ ਵੀ ਇਵਨ ਵਾਈਫਾਈ ਮਿਲਦੇ ਆ। ਜੀ ਜੌਬਸ ਕਿਹੜੀਆਂ ਨੇ ਜਿਹੜੀਆਂ ਇੱਥੇ ਆਉਣ ਸਾਰ ਸਟੂਡੈਂਟਸ ਨੂੰ ਹੁੰਦਾ ਹੈ ਕਿ ਸਭ ਤੋਂ ਪਹਿਲਾਂ ਤਾਂ ਆਉਣ ਸਾਰ ਵੀ ਕੋਈ ਖਰਚਾ ਆਪਣਾ ਮੈਨੇਜ ਕਰਨਾ ਹੈ, ਸੋ ਜੌਬ ਜ਼ਰੂਰ ਮਿਲਣੀ ਚਾਹੀਦੀ ਆ। ਸੋ ਏਜੰਸੀਜ਼ ਵੀ ਕਈ ਥਰੂ ਏਜੰਸੀਜ਼ ਦੇ ਥਰੂ ਵੀ ਲਾਦੇ ਆ। ਮੈਜੋਰਟੀ ਆਫ ਦਾ ਸਟੂਡੈਂਟਸ ਕਿਵੇਂ ਦੀਆਂ ਜੌਬਸ ਕਰਦੇ ਆ ਤੇ ਜਾਣ ਸਾਰ ਸਭ ਤੋਂ ਪਹਿਲਾਂ ਕਿਹੜੀ ਜੌਬ ਮਿਲਦੀ ਹੈ? ਆਈ ਥਿੰਕ ਇੱਥੇ ਜ਼ਿਆਦਾਤਰ ਲੋਕੀ ਵੇਅਰ ਹਾਊਸਸ 'ਚ ਕੰਮ ਕਰਦੇ ਆ ਜਾਂ ਫਿਰ ਆਪਣੇ ਰੈਸਟੋਰੈਂਟਸ ਹੋ ਗਏ, ਪੰਜਾਬੀ ਇੰਡੀਅਨਸ ਹੋ ਗਏ, ਇਵਨ ਦੂਜੀ ਕੰਟਰੀਆਂ ਦੇ ਵੀ ਜਿਵੇਂ ਹੋ ਗਏ ਪਾਕਿਸਤਾਨ ਦੇ ਹੋ ਗਏ, ਬੰਗਲਾਦੇਸ਼ ਦੇ ਹੋ ਗਏ, ਉਹਨਾਂ 'ਚ ਕਰਦੇ ਆ। ਵੇਅਰ ਹਾਊਸਸ ਹੋ ਗਏ, ਬਾਕੀ ਜਿੱਥੇ ਜਿਹਨੂੰ ਐਪਰੋਪ੍ਰੀਏਟ ਲੱਗੇ ਬਿਕੋਜ਼ ਇੱਥੇ ਰੈਫਰੈਂਸ ਵੀ ਬਹੁਤ ਮੈਟਰ ਕਰਦੀ ਆ। ਅਸੀਂ ਕਹਿੰਦੇ ਇੰਡੀਆ 'ਚ ਸਿਫਾਰਿਸ਼ ਮੈਟਰ ਕਰਦੀ ਹੈ ਫਿਰ ਰੈਫਰੈਂਸ ਜਾਂ ਕਿਤੇ ਨਾ ਕਿਤੇ ਕਰਦੀ ਆ ਬਿਕੋਜ਼ ਅਗਰ ਤੁਹਾਡਾ ਕੋਈ ਨੋਨ ਆਲਰੇਡੀ ਵੈਲ ਸੈਟਡ ਕੰਮ ਕਰ ਰਿਹਾ, ਅਗਰ ਉਹਦੀ ਰੈਫਰੈਂਸ ਪੈ ਜਾਏ ਤੁਹਾਨੂੰ ਈਜ਼ੀਲੀ ਕੰਮ ਮਿਲ ਜਾਂਦਾ। ਜੀ ਤੇ ਤੁਹਾਡੀ ਲਾਈਫ ਇੱਥੇ ਕੈਨੇਡਾ 'ਚ 2 ਸਾਲ ਦੀ ਕਿਵੇਂ ਦੀ ਰਹੀ? ਮੇਰੀ ਬਹੁਤ ਜ਼ਿਆਦਾ ਵਧੀਆ ਰਹੀ। ਤੇ ਇੱਥੇ ਫਿਰ ਕਿੰਨਾ ਨਾਲ ਰਹਿੰਦੇ ਹੋ? ਫੈਮਿਲੀ ਨਾਲ, ਫਰੈਂਡਸ ਨਾਲ ਕੋਈ ਹੈ? ਐਕਚੁਅਲੀ ਮੈਂ ਤੇ ਮੇਰਾ ਛੋਟਾ ਬ੍ਰਦਰ ਹੀ ਰਹਿੰਦੇ ਆ। ਓਕੇ। ਹਾਂਜੀ। ਤੁਸੀਂ ਕਿਹਾ ਕਿ ਤੁਸੀਂ ਇਕੱਲੇ ਟਰੈਵਲ ਕਰ ਲੈਂਦੇ ਹੋ, ਸੋ ਕੁੜੀਆਂ ਦੀ ਸਿਕਿਉਰਿਟੀ ਦੀ ਗੱਲ ਕਰੀਏ ਉਰੇ ਕਿਵੇਂ ਦੀ ਹੈਗੀ ਹੈ? ਕੁੜੀਆਂ ਸਿਕਿਉਰ ਨੇ ਕੀ ਇੱਥੇ? ਯਾ ਆਫ ਕੋਰਸ ਇੱਥੇ ਕੁੜੀਆਂ ਸਿਕਿਉਰ ਆ, ਬੈਟਰ ਦੈਨ ਇੰਡੀਆ। ਆਪਾਂ ਨਾਈਟ ਦੇ ਵਿੱਚ ਮੇਰੀ ਇਵਨ ਨਾਈਟ ਸ਼ਿਫਟਸ ਵੀ ਹੁੰਦੀਆਂ ਸੀਗੀਆਂ ਪਹਿਲਾਂ। ਮੈਂ ਇਵਨ ਇੱਥੇ ਸਾਨੂੰ ਇੰਨਾ ਡਰ ਨਹੀਂ ਹੁੰਦਾ ਜਿਵੇਂ ਇੰਡੀਆ ਹੁੰਦਾ ਸੀਗਾ ਕਿ ਪੈਰੈਂਟਸ ਨਹੀਂ ਅਲਾਉ ਕਰਦੇ, ਬਟ ਇੱਥੇ ਐਵੇਂ ਦਾ ਕੁਝ ਨਹੀਂ, ਇੱਥੇ ਸੇਫਟੀ ਹੈਗੀ ਹੈ ਗਰਲਸ ਦੀ। ਤੇ ਜਿਹੜੇ ਦਰਸ਼ਕ ਇਸ ਵਕਤ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਕਿਵੇਂ ਦੀ ਲਾਈਫ ਹੈਗੀ ਆ ਉਰੇ ਤੇ ਇੱਕ ਸਟੂਡੈਂਟ ਦੀ ਲਾਈਫ ਕਿੰਨੀ ਕੁ ਸਟਰਗਲ ਭਰੀ ਜਾਂ ਕਿੰਨੀ ਕੁ ਈਜ਼ੀ ਹੋ ਸਕਦੀ ਆ? ਅਕੋਰਡਿੰਗ ਟੂ ਮੀ ਆਪਾਂ ਸਟਰਗਲ ਕਹਿੰਦੇ ਆ ਕਿਉਂਕਿ ਲਾਈਫ ਆ ਉਹਦੇ ਵਿੱਚ ਸਟਰਗਲ ਕਰਨਾ ਪੈਂਦਾ। ਅਗਰ ਆਪਾਂ ਘਰੋਂ ਨਿਕਲਦੇ ਆ ਤਾਂ ਸਟਰਗਲ ਤਾਂ ਕਰਨਾ ਪੈਂਦਾ। ਸੋ ਇੱਥੇ ਆ ਕਿ ਡਿਪੈਂਡ ਕਰਦਾ ਆਪਾਂ ਨਾਲ ਦੀ ਨਾਲ ਆਪਣਾ ਇੰਜੋਏ ਕਰੀਏ, ਹੈ ਨਾ। ਸਟਰਗਲ ਨਾ ਇਹਨੂੰ ਜ਼ਿਆਦਾ ਆਪਣੇ ਉੱਤੇ ਬੋਝ ਨਾ ਲਈਏ। ਜਿਵੇਂ ਕਈ ਬੱਚੇ ਹੁੰਦੇ ਆ ਕਿ ਜਿਵੇਂ ਆਪਾਂ ਖਾਲੀ ਕਮਾਈ ਜਾਂਦੇ ਆ, ਆਪਣੇ ਉੱਤੇ ਸਪੈਂਡ ਹੀ ਨਹੀਂ ਕਰਦੇ, ਉਹ ਸਿਰਫ ਦੂਜਿਆਂ ਲਈ ਕਰਦੇ ਆ। ਸੋ ਮੇਰੇ ਅਕੋਰਡਿੰਗ ਤੁਹਾਨੂੰ ਆਪਣੇ ਆਪ ਤੇ ਜਦੋਂ ਤੁਸੀਂ ਸਪੈਂਡ ਕਰਦੇ ਹੋ, ਭਾਵੇਂ ਤੁਸੀਂ ਸਟਰਗਲ ਵੀ ਕਰੋ, ਤੁਹਾਨੂੰ ਉਹ ਵਧੀਆ ਲੱਗਦਾ। ਤੇ 1 ਸਾਲ ਤੁਹਾਨੂੰ ਇੱਥੇ ਆਏ ਨੂੰ ਹੋ ਚੁੱਕਿਆ, ਕਰੋਨਾ ਟਾਈਮ ਦੌਰਾਨ ਆਏ ਹੋ, ਕਿਵੇਂ ਦਾ ਰਿਹਾ ਕੈਨੇਡਾ ਦਾ ਐਕਸਪੀਰੀਅੰਸ ਤਾਂ ਵਧੀਆ ਰਿਹਾ ਜੀ। ਮੈਂ ਕਰੋਨਾ ਟਾਈਮ ਆ ਲਾਸਟ ਸਤੰਬਰ ਦੇ ਵਿੱਚ ਆਇਆ ਸੀ। ਐਕਸਪੀਰੀਅੰਸ ਤਾਂ ਵਧੀਆ ਰਿਹਾ ਮੇਰਾ। ਬਾਕੀ ਵੀਜ਼ਾ ਤਾਂ ਮੇਰਾ ਮਈ ਦਾ ਆ ਗਿਆ ਸੀ 2020 ਦਾ, ਕਰੋਨਾ ਟਾਈਮ ਕਰਕੇ ਥੋੜਾ ਡੈਫਰ ਹੋ ਗਿਆ, ਇਸ ਕਰਕੇ ਸਤੰਬਰ ਦੇ ਵਿੱਚ ਆਉਣਾ। ਇੱਥੇ ਆ ਕੇ ਕੰਮ ਵਗੈਰਾ ਤੁਹਾਨੂੰ ਈਜ਼ੀਲੀ ਮਿਲ ਗਿਆ ਸੀ? ਹਾਂਜੀ ਹਾਂਜੀ, ਕੰਮ ਈਜ਼ੀਲੀ ਮਿਲ ਗਿਆ ਸੀ ਕੰਮ ਦਾ। ਜੇ ਮੈਂ ਗੱਲ ਕਰਾਂ ਰਹਿਣ ਸਹਿਣ ਦਾ, ਫਿਰ ਫਸਟ ਟਾਈਮ ਆ ਕੇ ਕਿੱਥੇ ਰਹੇ? ਫਸਟ ਟਾਈਮ ਆ ਕੇ ਇੱਥੇ ਮੇਰਾ ਬ੍ਰਦਰ ਸੀ, ਮੈਂ ਇੱਥੇ ਹੀ ਰਿਹਾ, ਬਰੈਂਪਟਨ ਰਿਹਾ ਮੈਂ, ਤੇ ਇਸ ਕਰਕੇ ਪ੍ਰੋਬਲਮ ਨਹੀਂ ਆਈ ਹੈਗੇ ਸੀ ਪਹਿਲਾਂ ਇੱਥੇ, ਤਾਂ ਕਰਕੇ ਕੋਈ ਪ੍ਰੋਬਲਮ ਮੈਨੂੰ ਖਾਸ ਆਈ ਨਹੀਂ। ਰੈਂਟ ਇੱਦਾਂ ਜਿੰਨੇ ਬੰਦੇ ਰਹਿੰਦੇ ਘਰ ਦੇ ਵਿੱਚ ਇੱਦਾਂ ਡਿਵਾਈਡ ਹੋ ਕੇ ਆਉਂਦਾ। ਪਰ ਪਰਸਨ 'ਚ ਮੈਂ ਗੱਲ ਕਰਾਂ ਜੇ ਇੱਕ ਰੂਮ ਦੇ ਵਿੱਚ ਕਿਸੇ ਨੇ ਸਿੰਗਲ ਲੈਣਾ ਹੋਵੇ, ਕਿਉਂਕਿ ਬਹੁਤ ਸਾਰੇ ਸਾਨੂੰ ਇਸ ਵਕਤ ਇੰਡੀਆ ਜਾਂ ਅਲੱਗ-ਅਲੱਗ ਕੰਟਰੀਜ਼ ਤੋਂ ਵੀ ਵੇਖ ਰਹੇ ਹੋਣੇ ਆ, ਜੇ ਕਿਸੇ ਨੇ ਕੈਨੇਡਾ 'ਚ ਆ ਕੇ ਸਿੰਗਲ ਰੂਮ ਲੈਣਾ ਹੋਵੇ ਤਾਂ ਕਿੰਨਾ ਕੁ ਐਸਟੀਮੇਟ ਹੋਏਗਾ ਰੈਂਟ ਦਾ? ਸਿੰਗਲ ਲਾ ਲਓ, ਜਿੱਦਾਂ ਜੇ ਆਪਾਂ ਬੇਸਮੈਂਟ ਦੇ ਵਿੱਚ ਇੱਦਾਂ ਸਿੰਗਲ ਰੂਮ ਲੈਣਾ ਹੋਵੇ ਫਿਰ ਤਾਂ $600 ਦਾ ਤਕਰੀਬ ਆ ਹੀ ਜਾਂਦਾ। ਜੇ ਆਪਾਂ ਸ਼ੇਅਰਿੰਗ ਦੀ ਗੱਲ ਕਰੀਏ, ਸ਼ੇਅਰਿੰਗ ਦੇ ਵਿੱਚ ਉਹੀ ਦੋ ਨਾਲ ਡਿਵਾਈਡ ਕਰ ਲਓ ਉਹਨੂੰ, 600 ਮੋਸਟ ਪ੍ਰੋਬੇਬਲੀ 400 ਤਾਂ ਆ ਹੀ ਜਾਊਗਾ। ਕੰਮ ਦੀ ਗੱਲ ਕਰੀਏ ਤਾਂ ਜਿਵੇਂ ਇੱਥੇ ਇੰਟਰਨੈਟ ਵਗੈਰਾ ਦਾ ਵੀ ਪੈਕੇਜ ਹੁੰਦਾ, ਮਸਟ ਹੈ ਇੱਥੇ ਇੰਟਰਨੈਟ। ਸੋ ਜੇ ਆਪਾਂ ਗੱਲ ਕਰੀਏ ਤੁਹਾਡਾ ਇਸ ਵਕਤ ਜਦੋਂ ਤੁਸੀਂ ਫੋਨ ਦੇ ਵੀ ਅੱਜ ਕੱਲ੍ਹ ਤਾਂ ਇੱਥੇ ਸਾਰਾ ਕੁਝ ਡੀਲਸ ਦੇ ਵਿੱਚ ਮਿਲ ਜਾਂਦਾ, ਪਰ ਮੰਥ ਇੱਥੇ ਪਰ ਪਰਸਨ ਦਾ ਕਿੰਨਾ ਕੁ ਐਸਟੀਮੇਟ ਰੈਂਟ ਆ ਜਾਂਦਾ, ਬਿੱਲ ਆ ਜਾਂਦਾ ਹੋਣਾ ਫੋਨ ਦਾ? ਇਹ ਤਾਂ ਆਪਣਾ ਪਲਾਨ ਹੁੰਦਾ ਡਿਫਰੈਂਟ, ਜਿੱਦਾਂ ਫਰੀडम ਦਾ ਵੱਖਰਾ, ਰੋਜਰਸ ਦਾ ਵੱਖਰਾ। ਜਿੱਦਾਂ ਮੇਰਾ ਪਲਾਨ ਆ 100 to 150 ਇੱਥੇ ਕਿਉਂ ਦਾ ਖਰਚਾ? 100 to 150 ਹਾਂ ਮੋਸਟਲੀ। ਕਾਰ ਕਿੰਨੀ ਕੁ ਮਸਟ ਆ ਉਰੇ, ਜਾਂ ਬੱਸ 'ਚ ਟਰੈਵਲ ਕਰਨਾ ਕਿੰਨਾ ਕੁ ਔਖਾ ਆ? ਬੱਸ 'ਚ ਔਖਾ ਤਾਂ ਹੈਗਾ, ਜਿੱਦਾਂ ਜਾਣ ਆਉਣ ਟਾਈਮ ਲੱਗ ਜਾਂਦਾ। ਕਾਰ 'ਚ ਇਹ ਆ ਜਾਣਾ ਆਉਣਾ ਸੌਖਾ ਹੋ ਜਾਂਦਾ, ਆਪਣਾ ਟਾਈਮ ਬਚਦਾ। ਮੰਥਲੀ ਜੇ ਤਾਂ ਆਪਣਾ ਸਿੰਪਲ ਆਪਣਾ ਰੈਂਟ ਵਗੈਰਾ ਜਾਂ ਫੋਨ ਦਾ ਬਿੱਲ ਵਗੈਰਾ, ਗਰੋਸਰੀ ਵਗੈਰਾ ਆਲਮੋਸਟ 1000 ਤਾਂ ਲਾ ਕੇ ਚੱਲੋ। ਹਾਂ ਅਫੋਰਡੇਬਲ ਆ, ਜੇ ਤਾਂ ਆਪਾਂ ਕੰਮ ਕਰਦੇ ਹਾਂ ਕੋਈ ਔਖਾ ਨਹੀਂ, ਅਫੋਰਡੇਬਲ ਆ। ਤਾਂ ਨਹੀਂ ਹੈ ਕਿ ਸਟੂਡੈਂਟਸ ਲਈ ਅਫੋਰਡੇਬਲ ਨਹੀਂ, ਵੀ ਉਹਨਾਂ ਨੇ ਫੀਸ ਲਈ ਵੀ ਸੈਪਰੇਟ ਸੇਵ ਕਰਨੇ ਆ ਤੇ ਆਪਣੇ ਖਰਚੇ ਵੀ ਕੱਢਣੇ? ਨਹੀਂ ਕੋਈ ਔਖਾ ਨਹੀਂ ਕੋਈ। ਜੇ ਤਾਂ ਆਪਾਂ ਕੰਮ ਵਧੀਆ ਮਿਲਦਾ, ਆਪਾਂ ਕੰਮ ਕਰਦੇ ਹਾਂ, 5 ਦਿਨ ਕੰਮ ਕਰਦੇ, 6 ਦਿਨ ਕੰਮ ਕਰਦੇ, ਕੋਈ ਔਖਾ ਨਹੀਂ। ਕੋਈ ਐਦਾਂ ਦਾ ਨਹੀਂ ਐਕਸਪੀਰੀਅੰਸ ਹੋਇਆ ਕਿ ਕੰਮ ਕੀਤਾ ਤੇ ਪੈਸੇ ਨਹੀਂ ਮਿਲੇ? ਨਹੀਂ ਇਦਾਂ ਦਾ ਕੋਈ ਨਹੀਂ ਹੋਇਆ। ਕੰਮ ਜਿੱਦਾਂ ਕਰਦੇ ਆਪਾਂ ਨੂੰ ਵੀਕਲੀ ਬਾਈ ਵੀਕਲੀ ਪੇ ਮਿਲ ਜਾਂਦੀ ਆ, ਕੋਈ ਔਖਾ ਨਹੀਂ। ਕੰਮ ਲੱਭਣਾ ਵੀ ਨਹੀਂ ਔਖਾ, ਕੰਮ ਕਰਨਾ ਵੀ ਨਹੀਂ ਔਖਾ, ਸਹੀ ਆ ਸਾਰਾ ਕੁਝ। ਮੈਂ ਤਾਂ ਇਹੋ ਕਹੂੰਗਾ ਵਧੀਆ ਆਉਣਾ ਚਾਹੀਦਾ ਇੱਥੇ, ਵਧੀਆ ਕੰਮ ਵੀ ਸੌਖਾ ਮਿਲਦਾ, ਸਾਰਾ ਕੁਝ ਵਧੀਆ। ਆਪਾਂ ਆਪਣਾ ਕਮਾਉਂਦੇ ਆ, ਆਪਾਂ ਨੂੰ ਪਤਾ ਲੱਗਦਾ ਕਿੱਦਾਂ ਕਮਾਈ ਆ, ਸਭ ਕੁਝ ਵਧੀਆ ਆਉਣਾ ਚਾਹੀਦਾ ਮੇਰੇ ਖਿਆਲ। ਸੋ ਪਾਕਿਸਤਾਨ ਤੋਂ ਨਦੀਮ ਸ਼ਾਹ ਜੀ ਸਾਡੇ ਨਾਲ ਮੌਜੂਦ ਨੇ, ਜਿਨ੍ਹਾਂ ਨੂੰ ਇੱਥੇ ਆਏ ਨੂੰ 21 ਸਾਲ ਹੋ ਚੁੱਕੇ ਨੇ, 21 ਈਅਰਸ। ਸੋ ਇਹਨਾਂ ਦਾ ਵੀ ਐਕਸਪੀਰੀਅੰਸ ਅਸੀਂ ਪੁੱਛਦੇ ਹਾਂ। ਨਦੀਮ ਜੀ, वेलकम टू हमदर्द। थैंक यू सो मच। हमदर्द टीवी का बहुत मशहूर हूँ, आपने मुझे मौका फराहम किया। मैं तो यहाँ पे वो मूली वाले पराठे लेने आया था अपने दुआबा रेस्टोरेंट से,
تو آپ کو دیکھا میں نے تو میں نے کہا پتہ نہیں کوئی غالباً بات کوئی اچھی کمیونٹی کی ہو رہی ہوگی وچ از اے ویری گڈ تھنگ. جی کینیڈا کے بارے میں آج ہم بات کر رہے ہیں. تو 21 سال آپ کو یہاں پر رہتے ہوئے ہو چکے ہیں, 21 ایئرس. تو کتنا چینج آیا ہے کینیڈا میں, یہاں کے لائف اسٹائل میں, یہاں کی انفلیشن کتنی ہوئی ہے؟ بہت چینج. دیکھیں چینج جو ہے وہ تو ایک انسانی فطرت کا بھی رد عمل ہے, اور اس کے بیچ میں پوری دنیا کے بیچ میں ہر ملک میں ہر خطے میں چینجز آتی ہیں. میں جب یہاں پہ 2000 میں آیا تھا تو اس وقت چیزیں اتنی ماڈ نہیں تھیں, اتنی ایڈوانس نہیں تھیں, اور لیکن اب جب میں دیکھتا ہوں تو اب وہ جو انٹرنیٹ اس زمانے میں تھا وہ آج نہیں ہے. آج جو ہے وہ ہائی سپیڈ جو ہے وہ انٹرنیٹ ہے, اور آج کی جو گاڑیاں ہیں جو اس زمانے میں گاڑیاں ہوتی تھی وہ آج نہیں ہیں. آج گاڑیاں اور ایڈوانس ہو چکی ہیں. اسی طریقے سے ہر شعبے میں زندگی کے بہت زیادہ ترقی ہوئی ہے. انکم کے حساب میں اتنی زیادہ کوئی ترقی دیکھنے کو نہیں ملی, لیکن چیزیں جو ہیں ان کی مہنگائی جو ہے وہ آپ کو پتہ ہے کہ روزمرہ کے جو حالات, مثلا ابھی کووڈ-19 کے حالات جو چل رہے ہیں, اس کے بیچ میں انڈسٹری کی پروڈکشن جو ہے اس میں چیزوں لیبر بھی مہنگی ہو گئی, اور اس میں پروڈکشن کے بھی اخراجات زیادہ ہو گئے, جس کی وجہ سے ظاہر ہے کہ چیزیں بھی مہنگی ہوئی ہیں. لیکن تنخواہیں جو ہیں, جو ویجز ہیں, وہ اس کے حساب سے وہ اتنی نہیں بڑھی. اور اگر اب کی بات کریں تو پر پرسن کا کتنا خرچہ ہوتا ہوگا؟ اگر افورڈیبل کی بات کریں, ایک منتھ کا کتنا خرچہ ہوگا اگر ہم سب کچھ انکلوڈ کریں؟ میں نے اس منتھ میں نے بیسمنٹ رینٹ کیا, ایک اسٹوڈیو بیسمنٹ, تو مجھے وہ بیسمنٹ جو ہے وہ 900 پر منتھ کا ملا ہے. اور اس کے بیچ میں اگر آپ انٹرنیٹ انکلوڈ کر لیں, گاڑی کا انشورنس وغیرہ اور گاڑی کی قسطیں وغیرہ اگر آپ ملا لیں, تو میرا ایوریج خرچہ جو ہے وہ $2100 ہے, انکلوڈنگ دا گروسری. نارمل فوڈ مطلب ہے, اس میں کوئی ایسی لگژری وغیرہ نہیں ہے. ابھی آپ نے بولا کہ $900 کی آپ کو ایک اسٹوڈیو بیسمنٹ ملی ہے, تو آپ کو نہیں لگتا کہ رینٹ کچھ زیادہ ہی بڑھ رہے ہیں دیکھتے ہوئے ایز کمپیئر ٹو انکم؟ تو ایک جو اسٹوڈنٹ یہاں پر آتا ہے اس کے لیے بھی بہت مشکل ہوگا اتنا زیادہ افورڈ کرنا. بہت زیادہ مشکل ہے. اور میں نے دیکھا ہے, میں یہاں پر یہ موفٹ ایونیو کے اوپر رہتا ہوں, میں رہتا تھا تقریباً 7 سال سے. تو موسٹلی بیسمنٹ میں جو تھیں وہ انڈین اسٹوڈنٹس وغیرہ آ کے رہتے تھے. ابھی بھی ہاؤس جو ہے وہ انڈین اسٹوڈنٹس گرلز جو ہیں وہاں پہ رہ رہی ہیں. تو میں یہ سمجھتا ہوں کہ وہ جو ہاؤس میں اس وقت رینٹ دے رہی ہیں 8 لڑکیاں, وہ پے کر رہی ہیں $3600. تو اب آپ مجھے خود بتائیے کہ وہ تو بچیاں چلیں محنتی ہیں, اللہ تعالیٰ ان کو سلامت رکھے اور ان کو ہمت و طاقت عطا فرمائے, کامیاب کرے, اور دے آر ویری ویل آرگنائزڈ, ویری ڈسپلنڈ. نیچے جو لڑکے آ کے رہتے تھے وہ بیچارے نارمل جابس جو ویجز کی ہوتی ہیں وہ کرتے تھے, اور دے ور پیئنگ $450 پر شیئرنگ روم. ایک روم میں 2 لڑکے رہتے تھے, $450 پر لڑکا, اور وہ بیچارے فیکٹریوں کے بیچ میں 12 گھنٹے کام, برف کے بیچ میں بسز 3 بسز چینج کر کے آنا جانا. برامپٹن از دا موسٹ ایکسپینسو ریئل اسٹیٹ اور رینٹل پلیس ایز ویل. بہت زیادہ کرائے ہیں. اس کے بارے میں کچھ حکومت کو یا پروونس انٹیریو کو دیکھنا پڑے گا کہ اسٹوڈنٹس کو کم از کم جو ہے وہ, ہم لوگ تو چلیں کچھ نہ کچھ کر کے تو گزارا کر لیں گے, لیکن اسٹوڈنٹس بیچارے جو نئے آتے ہیں تو وہ یہاں کے سسٹم سے بھی فیملیئر نہیں ہوتے, اور ان کو ان چیزوں کا اتنا زیادہ ادراک بھی نہیں ہوتا, بیکاز دے آر گوئنگ تھرو اے لرننگ پروسیس. تو ان کے لیے گورنمنٹ کو کچھ تھوڑا سا سوچنا چاہیے اور ان کو فیسیلیٹیٹ کرنا چاہیے, اور کچھ نہ کچھ ان کو کنسیشن ضرور ملنی چاہیے. اپارٹمنٹس ہو, چاہے گھر ہوں, چاہے اسٹوڈیو اپارٹمنٹس ہوں, کیا ایزیلی مل جاتا؟ میں نے 3 مہینے میں یہ بیسمنٹ تلاش کی ہے. اس کی وجہ یہ ہے کہ میجورٹی آپ یہ سٹورز میں جائیں, دیسی سٹورز میں, ریسٹورنٹس میں, تو جو وہ اشتہار لگے ہوتے ہیں اس کے اوپر واضح طور پہ ایک ڈسکریمنیشن ہوتی ہے کہ فار گرلز اونلی. اچھا, میں شروع میں بڑا اپسیٹ ہوا. میں نے کہا یار یہ اتنی ڈسکریمنیشن اور اتنا ریسزم لڑکوں کے خلاف. لیکن جب میں خود رہا وہاں پہ 7 سال تو آئی ایم ناٹ ashamed, مجھے کوئی شرم محسوس نہیں ہو رہی کہ لڑکیاں آر ویری ویل آرگنائزڈ, ویری ڈسپلنڈ,
और साफ़ सुथरा घर को रखना, और हमारे लड़के जो हैं, हमारी रेस जो है माशाल्लाह से वो उतने ही गंदे और उतने ही वो माशाल्लाह से वो, क्योंकि आदत नहीं होती, माँ बाप के घरों में रहने वाले लाडों से पले हुए बेचारे, तो वो उनको यहाँ जब भेजा जाता है या वो यहाँ पे आते हैं तो वो दे आर नॉट वेरी डिसिप्लिन और वो ओरिएंटेड नहीं होते इस माहौल के। ਸੋ ਤਰਨ ਤੋਂ ਪੁਖਰਾਜ ਜੀ ਆਏ ਨੇ ਇਸ ਵਕਤ, ਇੱਕ ਵੀਕ ਹੀ ਹੋਇਆ ਇਹਨਾਂ ਨੂੰ ਆਇਆ ਨੂੰ। ਸੋ ਆਉਣ ਦਾ ਐਕਸਪੀਰੀਅੰਸ ਵੀ ਅਸੀਂ ਇਹਨਾਂ ਤੋਂ ਜਾਣਨਾ ਚਾਹਾਂਗੇ, ਕਿਉਂਕਿ ਫਲਾਈਟਸ ਜਿਹੜੀਆਂ ਨੇ ਉਹ ਕਾਫੀ ਜ਼ਿਆਦਾ, ਕਿਉਂਕਿ ਕਨੈਕਟਿੰਗ ਫਲਾਈਟਸ ਦੇ ਜ਼ਰੀਏ ਆਇਆ ਜਾ ਰਿਹਾ, ਡਾਇਰੈਕਟ ਫਲਾਈਟਸ ਨਹੀਂ ਚੱਲ ਰਹੀਆਂ। ਸੋ ਪੁਖਰਾਜ ਤਰਨ ਤੋਂ ਬੇਸਿਕਲੀ ਤੁਸੀਂ ਰਹਿਣ ਵਾਲੇ ਹੋ ਹਾਂਜੀ ਤਰਨ ਮੇਨ। ਤੇ ਇੱਥੇ ਆਏ ਨੂੰ ਹਜੇ 1 ਵੀਕ ਹੋਇਆ ਹਾਂਜੀ ਵੀਕ ਹੋ ਗਿਆ 10 ਡੇਜ਼ ਹੋ ਗਏ। ਤੇ ਸੈਪਟੈਂਬਰ ਬੈਚ ਲਈ ਆਏ ਹੋ ਤੁਸੀਂ? ਨਹੀਂ ਮੇ ਬੈਚ ਸੀ ਮੇਰਾ, ਇੱਕ ਬੈਚ ਮੈਂ ਲਾ ਲਿਆ ਆਨਲਾਈਨ ਲਾ ਲਿਆ ਸਮੈਸਟਰ, ਹੁਣ ਅਗਲਾ ਮੇਰਾ ਆਨਲਾਈਨ ਹੀ ਤੇ ਤੁਹਾਡਾ ਕੋਰਸ ਜਿਹੜਾ ਸੀ ਉਹਦੇ ਵਿੱਚ ਆ ਚੁੱਕਿਆ ਸੀ ਜਿਹੜੇ ਡੈਜ਼ਿਗਨੇਟਿਡ ਲਰਨਿੰਗ? ਹਾਂਜੀ ਉਹਦੇ ਵਿੱਚ ਸੀਗਾ। ਉਹਦੇ ਵਿੱਚ ਸੀਗਾ। ਹਾਂਜੀ। ਤੇ ਆਉਣ ਦੇ ਵਿੱਚ ਕਿੰਨੀਆਂ ਪ੍ਰੋਬਲਮਸ ਹੋਈਆਂ, ਕਿਵੇਂ ਟਿਕਟਸ ਵਗੈਰਾ ਬੁੱਕ ਕਰਵਾਈਆਂ ਤੁਸੀਂ? ਟਿਕਟਸ ਤੇ ਪਹਿਲਾਂ ਮੇਰੀ ਡਾਇਰੈਕਟ ਫਲਾਈਟ ਸੀਗੀ ਪਹਿਲਾਂ, ਤੇ ਉਹ 2-3 ਵਾਰੀ ਐਕਸਟੈਂਡ ਹੋ ਗਈ, ਪਹਿਲਾਂ ਜੂਨ ਦੀ ਹੋਈ, ਫਿਰ ਜੁਲਾਈ ਦੀ, ਫਿਰ ਅਗਸਤ ਦੀ। ਜਦੋਂ ਅਗਸਤ ਦੀ ਹੋਈ ਫਿਰ ਮੈਂ ਕਿਹਾ ਨਹੀਂ ਇੰਡਾਇਰੈਕਟ ਹੋ ਜਾਣਾ, ਕਿਉਂਕਿ ਮੇਰੇ ਕਾਫੀ ਫਰੈਂਡਸ ਚਲੇ ਗਏ ਸੀਗੇ ਇੰਡਾਇਰੈਕਟ ਤੋਂ। ਫਿਰ ਜਿਹੜਾ ਮੋਸਟ ਕਾਮਨ ਰੂਟ ਮੈਕਸੀਕੋ ਵਾਲਾ ਉਹੀ ਕਰਾਇਆ ਮੈਂ, ਉਹਦੇ ਟਿਕਟ ਮੈਂ ਵਿੱਚ ਇਨਕਲੂਡਡ ਸੀਗਾ, ਹੋਟਲ ਦਾ ਸਟੇ, ਟੈਕਸੀ ਦਾ, ਤੇ ਕਰੋਨਾ ਟੈਸਟ ਫੀਸ ਵੀ ਸਾਰੀ ਵਿੱਚ ਸੀਗੀ। ਤੇ ਪਹਿਲਾਂ ਮੇਰੀ ਦਿੱਲੀ ਤੋਂ ਬੰਬੇ ਸੀਗੀ, ਉੱਥੇ ਲੇਓਵਰ ਹੈਗਾ ਸੀ ਮੇਰਾ 5-6 ਘੰਟੇ ਦਾ। ਉਹ ਤੋਂ ਬਾਅਦ ਮੈਂ ਸਿੱਧੇ ਪੈਰਿਸ ਆਈ, ਤੇ ਪੈਰਿਸ 'ਚ ਵੀ ਸੀਗਾ ਮੇਰਾ 4 ਘੰਟੇ ਦਾ ਸਟੇ। ਹਾਂਜੀ, ਫਿਰ ਪੈਰਿਸ ਤੋਂ ਬਾਅਦ ਆਈ ਸਿੱਧੀ ਮੈਕਸੀਕੋ, ਤੇ ਮੈਕਸੀਕੋ ਵੀ ਹਾਂਜੀ 에ਅਰਪੋਰਟ ਤੇ ਠੀਕ ਰਿਹਾ, ਇਮੀਗ੍ਰੇਸ਼ਨ ਵਗੈਰਾ ਕੋਈ ਖਾਸ ਨਹੀਂ ਹੋਇਆ। ਤੇ ਇਹ ਸੀਗਾ ਕਿ ਕਾਫੀ ਪੰਜਾਬੀ ਬੱਚੇ ਹੋਰ ਸੀਗੇ, ਤੇ ਸਾਰੇ ਫਿਰ ਇਕੱਠੇ ਰਹੇ, ਤੇ ਵਧੀਆ ਇੱਕ ਦੂਜੇ ਦੀ ਹੈਲਪ ਹੋ ਜਾਂਦੀ ਹੈ, ਹੌਸਲਾ ਹੋ ਜਾਂਦਾ। ਤੇ ਜਿੰਨੇ ਤੁਸੀਂ ਸਟੇਜ ਤੇ ਰੁਕੇ ਹੋ ਉੱਥੇ ਹਰ ਪਾਸੇ ਤੁਹਾਨੂੰ ਕਰੋਨਾ ਟੈਸਟ ਕਰਵਾਉਣਾ ਪਿਆ? ਨਹੀਂ ਹਰ ਪਾਸੇ ਨਹੀਂ ਕਰਾਉਣਾ ਪਿਆ। ਪਹਿਲਾਂ ਇੱਥੋਂ ਜਦੋਂ ਦਿੱਲੀ ਤੋਂ ਤੁਰਿਆ ਮੈਂ ਆਪਣਾ ਕਰਾਇਆ ਸੀ ਅੰਮ੍ਰਿਤਸਰੋਂ ਮੈਂ ਟੈਸਟ, ਫਿਰ ਆ ਕੇ ਜਦੋਂ ਮੇਰੇ ਇੱਥੇ ਸਟੇ ਸੀ ਮੈਕਸੀਕੋ ਨੈਕਸਟ ਜਿਵੇਂ ਮੈਂ ਸ਼ਾਮੀ ਪਹੁੰਚਿਆ, ਅਗਲੇ ਦਿਨ ਸਵੇਰੇ ਮੇਰਾ ਟੈਸਟ ਹੋਇਆ ਉਹਦੀ ਫਿਰ ਰਾਤੀ ਰਿਪੋਰਟ ਆਈ, ਅਗਲੇ ਦਿਨ ਮੇਰੀ ਰਾਤ ਦੀ ਫਲਾਈਟ ਸੀ। ਤੇ ਜਿੰਨਾ ਟਾਈਮ ਮੈਕਸੀਕੋ ਸਟੇ ਰਿਹਾ ਉਹ ਵੀ ਕਾਫੀ ਵਧੀਆ ਰਿਹਾ। ਉੱਥੇ ਕੋਈ ਇਹ ਨਹੀਂ ਸੀ ਪਾਬੰਦੀ ਕਿ ਤੁਸੀਂ ਹੋਟਲ 'ਚ ਰਹਿਣਾ ਵਾ, ਅਸੀਂ ਬਾਹਰ ਗਏ, ਘੁੰਮੇ, ਸਾਰਾ ਐਕਸਪਲੋਰ ਕੀਤਾ, ਉਹ ਵੀ ਵਧੀਆ ਰਿਹਾ। ਤੇ ਫਿਰ ਮੈਕਸੀਕੋ ਤੋਂ ਸੀਗੀ ਮੇਰੀ ਇੱਥੋਂ ਡਾਇਰੈਕਟ ਟੋਰਾਂਟੋ ਦੀ, ਤੇ ਉਹ ਵੀ ਵਧੀਆ। ਜਿਵੇਂ ਤੁਹਾਡੀ ਗੱਲ ਕੀਤੀ ਹੈ ਕਿ ਹੋਰ ਵੀ ਬੱਚੇ ਹੈਗੇ ਸੀਗੇ, ਫਲਾਈਟ ਦੇ ਅੰਦਰ ਦਾ ਦੱਸੀਏ ਤਾਂ ਕਿਵੇਂ ਸੀ? ਫਲਾਈਟ ਦੇ ਵਿੱਚ ਪ੍ਰੋਪਰ ਭਰੀ ਹੋਈ ਸੀ, ਉੱਥੇ ਮਾਸਕ ਵਗੈਰਾ ਮੈਂਡੇਟਰੀ ਨੇ? ਹਾਂਜੀ ਮਾਸਕ ਹਰ ਟਾਈਮ ਆਲਵੇਜ਼, ਭਾਵੇਂ ਤੁਸੀਂ ਬਾਹਰ ਹੋ 에ਅਰਪੋਰਟ ਤੇ ਫਲਾਈਟ ਦੇ ਵਿੱਚ ਮਾਸਕ ਹਮੇਸ਼ਾ ਲਗਾ ਕੇ ਰੱਖਣਾ। ਫਲਾਈਟ ਤੇ ਵੀ ਬਸ ਤੁਸੀਂ ਜਦੋਂ ਖਾਣਾ ਪਾਣੀ ਪੀਣਾ ਉਦੋਂ ਲਾ ਸਕਦੇ ਹੋ, ਉਦੋਂ ਨਹੀਂ। ਜੇ ਆਪਾਂ 1 ਮਿੰਟ ਵੀ ਰਿਮੂਵ ਕਰਦੇ ਆ ਤੇ ਜਿਹੜੀਆਂ ਹੁੰਦੇ ਆ ਉੱਥੇ ਦੇ ਸਟਾਫ ਉਹ ਕਹਿੰਦੇ ਆ ਕਿ ਆਪਣਾ ਮਾਸਕ ਵੀਅਰ ਕਰਕੇ ਰੱਖੋ। ਤੇ ਜਦੋਂ ਤੁਸੀਂ ਉੱਥੋਂ ਤੋਂ ਤੁਰੇ ਹੋ ਤੇ ਇੱਥੇ ਪਹੁੰਚਣ 'ਚ ਕਿੰਨੇ ਦਿਨ ਲੱਗੇ? ਮੈਨੂੰ ਮੈਂ ਉੱਥੋਂ ਤੁਰਿਆ ਸੀਗਾ 26 ਨੂੰ, 25 ਨੂੰ ਤੁਰਿਆ ਸੀ ਸ਼ਾਮੀ, ਇੱਥੇ ਮੈਂ ਅਰਲੀ ਮਾਰਨਿੰਗ 29 ਦੀ ਆਇਆ ਇੱਥੇ 7 ਵਜੇ। ਹਾਂਜੀ, ਤੇ ਮਤਲਬ ਆਲਮੋਸਟ 3-4 ਦਿਨਾਂ ਦੇ ਵਿੱਚ ਤੁਹਾਡਾ ਸਟੇ ਪੂਰਾ ਹੋ ਗਿਆ? ਹਾਂਜੀ ਸਟੇ ਪੂਰਾ ਹੋ ਤੇ ਗਿਆ। ਉੱਥੇ ਕਿਤੇ ਤਾਂ ਨਹੀਂ ਕਿ ਉਹਨਾਂ ਨੇ ਤੁਹਾਨੂੰ ਕਿ ਇੰਨੇ ਦਿਨ ਤੁਹਾਨੂੰ ਰੁਕਣਾ ਪੈਣਾ? ਮੈਕਸੀਕੋ ਦੇ ਵਿੱਚ ਕੋਈ ਐਵੇਂ ਦਾ ਤਾਂ ਨਹੀਂ, ਕਿਉਂਕਿ ਕਈ ਕੰਟਰੀਜ਼ ਰਾਤੋਂ ਰਾਤ ਰੂਲਸ ਚੇਂਜ ਕਰ ਰਹੀਆਂ ਵੀ ਜਦੋਂ ਇੱਥੇ। ਮੈਕਸੀਕੋ ਉੱਥੇ ਹੋਇਆ ਇਮੀਗ੍ਰੇਸ਼ਨ, ਉਹਨਾਂ ਬਸ ਇਹੀ ਪੁੱਛਿਆ ਤੁਹਾਡਾ ਕਿੰਨੇ ਚਿਰ ਦਾ ਸਟੇ ਆ, ਤੇ ਮੈਂ ਕਹਿਤਾ ਮੈਂ ਕਿਹਾ ਮੇਰੇ 2 ਨਾਈਟਸ ਤੇ 3 ਡੇਜ਼ ਦਾ। ਕਹਿੰਦੇ ਓਕੇ, ਤੇ ਬਸ ਕਹਿੰਦੇ ਪਹਿਲੀ ਰਾਇ, ਮੈਂ ਕਿਹਾ ਹਾਂਜੀ, ਕਹਿੰਦੇ ਜਾਓ। ਤੇ ਤੁਸੀਂ ਇਹ ਪੂਰਾ ਪੈਕੇਜ ਆਪ ਹੀ ਕਰਵਾਇਆ ਹੋਇਆ ਸੀ ਜਾਂ ਪੈਕੇਜ ਮੇਰਾ ਏਜੰਟ ਨੇ ਕਰਵਾਇਆ ਸੀਗਾ? ਹਾਂਜੀ। ਦੋਸਤੋ ਇਹ ਸੀ ਸਾਡਾ ਪ੍ਰੋਗਰਾਮ ਲਾਈਫ ਇਨ ਕੈਨੇਡਾ। ਉਮੀਦ ਕਰਦੇ ਹਾਂ ਕਿ ਤੁਹਾਨੂੰ ਜਿਹੜੀ ਅੱਜ ਅਸੀਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਪਸੰਦ ਆਈ ਹੋਏਗੀ। ਇਸ ਦੇ ਨਾਲ ਹੀ ਮਨਦੀਪ ਪੁਨੀਆ ਨਾਲ ਮੈਨੂੰ ਤਰਨਜੀਤ ਕੌਰ ਘੁੰਮਣ ਨੂੰ ਦਿਓ ਇਜਾਜ਼ਤ, ਪਰ ਇਹ ਜ਼ਰੂਰ ਦੱਸ ਦਿਓ ਅਗਲੇ ਐਪੀਸੋਡ 'ਚ ਤੁਸੀਂ ਕੀ ਦੇਖਣਾ ਚਾਹੁੰਦੇ ਹੋ। ਜੇ ਵਧੀਆ ਲੱਗਿਆ ਪ੍ਰੋਗਰਾਮ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਿਓ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ।